ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਕੈਂਪ ਆ ਜੀ ਸਾਡਾ, ਜਿੱਦਾਂ ਸੰਗਤ ਨੂੰ ਪਤਾ ਹਰ ਮੰਗਲਵਾਰ ਕੈਂਪ ਲਾਇਆ ਜਾਂਦਾ ਸੀ ਮਨੁੱਖਾਂ ਦੀ ਸੇਵਾ ਪਰਿਵਾਰ ਵੱਲੋਂ ਉਹਨਾਂ ਲੋੜਵੰਦ ਪਰਿਵਾਰਕ ਮੈਂਬਰਾਂ ਦੇ ਲਈ ਜਿਹੜੇ ਦਿਮਾਗੀ ਬਿਮਾਰੀਆਂ ਨਾਲ ਜੂਝ ਰਹੇ ਨੇ, ਜਿਹੜੇ ਅੱਖਾਂ ਦੀਆਂ ਕਿਸੇ ਬਿਮਾਰੀਆਂ ਨਾਲ ਜੂਝ ਰਹੇ ਹੁੰਦੇ ਸੀ, ਚਾਹੇ ਉਹ ਬੱਚੇ ਕੋਈ ਦਿਮਾਗ ਦੀਆਂ ਪ੍ਰੋਬਲਮਾਂ ਜਾਂ ਕੋਈ ਬੱਚੇ ਜਾਂ ਬਜ਼ੁਰਗ ਆ, ਭੈਣਾਂ ਸਾਡੀਆਂ ਮਾਵਾਂ ਨੇ, ਕੁਝ ਵੀਰ ਇੱਦਾਂ ਦੇ ਨੇ ਜਿਨ੍ਹਾਂ ਨੂੰ ਘਰ ਦੇ ਵਿੱਚ ਬੰਨ੍ਹ ਕੇ ਰੱਖਣਾ ਪੈਂਦਾ, ਕਮਰਿਆਂ ਦੇ ਵਿੱਚ ਬੰਦ ਕਰਕੇ ਰੱਖਣਾ ਪੈਂਦਾ। ਇੱਦਾਂ ਦੇ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਕੋਲੇ ਹਰ ਮੰਗਲਵਾਰ ਪਹੁੰਚਦੇ ਆ ਤੇ ਦਵਾਈਆਂ ਲੈ ਕੇ ਜਾਂਦੇ। ਪਰ ਪਿਛਲੇ ਕਰੀਬ 2-2.5 ਮਹੀਨਿਆਂ ਤੋਂ ਅਸੀਂ ਬੰਦ ਕਰਤਾ ਸੀਗਾ, ਜਦੋਂ ਦੀ ਇਹ ਕੋਵਿਡ-19 ਦੇ ਕਰਕੇ ਜਦੋਂ ਇਹ ਬਿਮਾਰੀ ਵਧੀ ਕਰੋਨਾ ਦੀ, ਤੇ ਅਸੀਂ ਕੈਂਪ ਲਾਉਣੇ ਬੰਦ ਕੀਤੇ ਹੋਏ ਸੀ। ਅਸੀਂ ਹਰੇਕ ਮੈਂਬਰ ਨੂੰ ਇਹ ਕਹਿੰਦੇ ਸੀ ਤੁਸੀਂ ਕਿਸੇ ਵੀ ਦਿਨ ਆਓ, ਆ ਕੇ ਆਪਣੀ ਦਵਾਈ ਲੈ ਜਾਓ, ਜ਼ਰੂਰੀ ਨਹੀਂ ਵੀ ਤੁਸੀਂ ਮੰਗਲਵਾਰ ਨੂੰ ਆਉਣਾ ਜਾਂ ਸ਼ਨੀਵਾਰ ਨੂੰ। ਪਹਿਲਾਂ ਸ਼ਨੀਵਾਰ ਨੂੰ ਲੱਗਦੇ ਸੀ ਕੈਂਪ, ਤਾਂ ਅਕਸਰ ਕੋਈ ਭੈਣ ਭਰਾ ਆਉਂਦੇ ਸੀ, ਆਪੋ ਆਪਣੀਆਂ ਦਵਾਈਆਂ ਲੈ ਕੇ ਵਾਪਸ ਜਾਈ ਜਾਂਦੇ ਸੀ। ਜਿਹੜਾ ਬਹੁਤ ਜ਼ਿਆਦਾ ਜ਼ਰੂਰਤਮੰਦ ਹੁੰਦਾ ਸੀਗਾ, ਜਿਹਨੂੰ ਬਿਮਾਰੀ ਵੱਧ ਜਾਂਦੀ ਸੀ ਕੋਈ, ਉਹਨੂੰ ਹੀ ਅਸੀਂ ਸੱਦਦੇ ਸੀ ਮੰਗਲਵਾਰ ਨੂੰ, ਉਹਨਾਂ ਦਾ ਚੈੱਕਅਪ ਕਰਾਉਂਦੇ ਸੀ, ਜਾਂ ਜਿਹੜੇ ਨਵੇਂ ਮਰੀਜ਼ ਆਉਂਦੇ ਸੀ ਉਹਨਾਂ ਨੂੰ ਸੱਦ ਕੇ ਚੈੱਕਅਪ ਕਰਾਉਂਦੇ। ਬਾਕੀ ਸਾਰਿਆਂ ਨੂੰ ਉਸੇ ਤਰ੍ਹਾਂ ਦਵਾਈਆਂ ਦੇ ਜਾ ਰਹੇ ਸੀ ਕੰਟੀਨਿਊ। ਪਰ ਹੁਣ ਅੱਗੇ ਨਾਲੋਂ ਤੁਹਾਨੂੰ ਪਤਾ ਬਿਮਾਰੀ ਦਾ ਵੀ ਕਾਫੀ ਫਰਕ ਆ, ਘਟੀ ਹੋਈ ਹੈ ਬਿਮਾਰੀ। ਹੌਲੀ ਹੌਲੀ ਹੁਣ ਪੇਸ਼ੈਂਟ ਸਾਡੇ ਦੁਬਾਰਾ ਆਉਣੇ ਸ਼ੁਰੂ ਹੋ ਗਏ ਆ ਵੀ ਜਿਹੜੇ ਮੰਗਲਵਾਰ ਨੂੰ। ਬਾਕੀ ਹਰ ਰੋਜ਼ ਕਰੀਬ 5-10 ਮਰੀਜ਼ ਸਾਡੇ ਕੋਲ ਦਵਾਈਆਂ ਲੈ ਕੇ ਜਾਂਦੇ ਨੇ ਆ ਕੇ ਬਿਨ ਆਗਾ। ਅੱਜ ਦੀ ਜਿਹੜੇ ਕੈਂਪ ਦੇ ਵਿੱਚ ਪੇਸ਼ੈਂਟ ਆਏ ਨੇ 74 ਮੈਂਬਰ ਨੇ ਟੋਟਲ ਜਿਹੜੇ ਸਾਡੇ ਕੋਲ ਪਹੁੰਚੇ ਨੇ। 8 ਨਵੇਂ ਮਰੀਜ਼ ਆ, 60 ਪੁਰਾਣੇ ਆ, 6 ਬੱਚੇ ਆ ਜਿਹਨਾਂ ਦੇ ਵਿੱਚ। ਤੇ ਇਹਨਾਂ ਮਰੀਜ਼ਾਂ ਦੇ ਨਾਲ, ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਨਾਲ ਅਸੀਂ ਤੁਹਾਡਾ ਰਾਬਤਾ ਕਰਾਉਂਦੇ ਹਾਂ। ਤੁਸੀਂ ਦੇਖੋ ਕਿੱਦਾਂ ਕਿਹੜੇ ਪਰਿਵਾਰ ਦੇ ਮੈਂਬਰ ਸਾਡੇ ਕਿਹੜੇ ਹਾਲਾਤਾਂ ਚੋਂ ਨਿਕਲ ਕੇ ਠੀਕ ਹੋਏ ਨੇ। ਇੱਦਾਂ ਹੀ ਮਾਤਾ ਜੀ ਨੂੰ ਕਿੱਥੋਂ ਆਏ ਨੇ? ਮਾਤਾ ਜੀ ਵਾਸਤੇ ਦਵਾਈ ਲੈਣਾ ਹੈ? ਹਾਂਜੀ। ਕਿੰਨੇ ਟਾਈਮ ਤੋਂ ਆ ਰਹੇ ਹੋ ਦਵਾਈ ਲੈਣ? ਅਸੀਂ ਪਹਿਲੀ ਵਾਰੀ ਆਏ। ਪਹਿਲਾਂ ਦਵਾਈ ਲਈ ਮਾਤਾ ਜੀ? ਪਹਿਲਾਂ ਹੀ ਅਸੀਂ ਪੀਜੀਆਈ ਤੋਂ ਵੀ ਇਲਾਜ ਚੱਲਦਾ ਤਾ ਜੀ, 100 ਤੋਂ ਵੀ ਕਰਾਇਆ ਜੀ। ਕਿੰਨੇ ਟਾਈਮ ਤੋਂ ਮਾਤਾ ਜੀ ਬਿਮਾਰ ਨੇ? ਉਹਨੂੰ 1.5 ਸਾਲ ਹੋ ਗਿਆ। ਜ਼ਿਲ੍ਹਾ ਕਿਹੜਾ ਤੁਹਾਡਾ? ਮੋਹਾਲੀ। ਤੇ ਇਹ ਮਾਤਾ ਜੀ ਨੂੰ ਪਹਿਲੀ ਵਾਰੀ ਲੈ ਕੇ ਆਏ ਨੇ ਵੀਰ ਹੋਣੀ। ਤੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਮਾਂ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਸਰ ਕਰੇ, ਕਿਉਂਕਿ ਬੁਢਾਪੇ ਦੇ ਵਿੱਚ ਜਦੋਂ ਇੱਦਾਂ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਜਿਹਦੇ ਵਿੱਚ ਆਪਣੀ ਸੁੱਧ ਬੁੱਧ ਨਹੀਂ ਰਹਿੰਦੀ, ਤਾਂ ਹਾਲਾਤ ਘਰ ਦੇ ਕਿੱਦਾਂ ਦੇ ਹੋ ਜਾਂਦੇ ਆਪਾਂ ਸੋਚ ਨਹੀਂ ਸਕਦੇ। ਤੇ ਇੱਦਾਂ ਹੀ ਮਾਤਾ ਜੀ ਨਹੀਂ ਆਉਂਦੇ ਨੇ ਸਤਨਾਮ ਦੇ ਮੰਮੀ ਬੈਠੋ। ਇਹਨਾਂ ਦਾ ਬੇਟਾ ਠੀਕ ਨਹੀਂ ਹੈਗਾ, ਦਿਮਾਗੀ ਤੌਰ ਤੇ ਦਵਾਈ ਚੱਲਦੀ ਹੈ ਕਾਫੀ ਲੰਬੇ ਸਮੇਂ ਤੋਂ, ਬਹੁਤ ਠੀਕ ਆ ਪਹਿਲਾਂ ਨਾਲੋਂ। ਇੱਦਾਂ ਹੀ ਇਹ ਭੈਣ ਨੂੰ ਲੈ ਕੇ ਆਏ ਨੇ, ਇਹਦੇ ਫਾਦਰ ਸਾਹਿਬ ਨੇ ਆਪਣੀ ਬੇਟੀ ਵਾਸਤੇ ਦਵਾਈ ਲੈਣ ਆਏ ਨੇ, ਇਹਨੂੰ ਵੀ ਭੈਣ ਨੂੰ ਦਿਮਾਗੀ ਪ੍ਰੋਬਲਮ ਚੱਲ ਰਹੀ ਆ। ਤੇ ਇੱਦਾਂ ਹੀ ਇਹ ਅੰਜਲੀ ਭੈਣ ਆ, ਤੁਸੀਂ ਛੋਟਾ ਨਿੱਕਾ ਜਿਹਾ ਬੱਚਾ ਬੈਠਾ ਦੇਖਦੇ ਹੋ, ਲਵਜੋਤ ਸਿੰਘ। ਤੇ ਇਹ ਬੱਚਾ ਤੇ ਇਹ ਭੈਣ ਸਾਨੂੰ ਅੱਜ ਤੋਂ ਕਰੀਬ 3 ਮਹੀਨੇ ਪਹਿਲਾਂ ਲੁਧਿਆਣੇ ਤੋਂ ਮਿਲੇ ਸੀ। ਬਹੁਤ ਮਾੜੇ ਹਾਲਾਤਾਂ 'ਚ ਮੈਂਟਲੀ ਅਪਸੈਟ ਹੋਏ ਸੀ, ਕੋਈ ਸੁੱਧ ਬੁੱਧ ਨਹੀਂ ਸੀ, ਘਰੋਂ ਗੁੱਸੇ ਹੋ ਕੇ ਆ ਗਏ ਸੀਗੇ। ਆਪਣੇ ਇਹਨਾਂ ਦੇ ਹਸਬੈਂਡ ਦੇ ਨਾਲ ਬੈਠੇ ਤੇ ਇਹਨਾਂ ਦੀ ਫਿਰ ਵੀਡੀਓ ਸ਼ੇਅਰ ਕੀਤੀ ਅਸੀਂ ਭੈਣ ਦੀ, ਤੁਸੀਂ ਸਾਰਿਆਂ ਨੇ ਅੱਗੇ ਸ਼ੇਅਰ ਕੀਤੀਆਂ, ਤਾਂ ਇਹਦਾ ਘਰ ਲੱਭ ਗਿਆ ਸੀ ਭੈਣ ਦਾ। ਫਿਰ ਆਪਾਂ ਪਰਿਵਾਰ ਦੇ ਵਿੱਚ ਚਲੇ ਗਏ। ਭੈਣ ਹੁਣ ਹਰ ਮਹੀਨੇ ਦਵਾਈ ਲੈਣ ਆਉਂਦੇ ਨੇ, ਭੈਣ ਵੀ ਠੀਕ ਆ ਵਧੀਆ, ਤੇ ਉਹਦੇ ਹਸਬੈਂਡ ਵੀ ਚਲੋ ਆਪਦਾ ਘਰ ਸਾਂਭਦੇ ਨੇ। ਹੁਣ ਅੱਗੇ ਨਾਲੋਂ ਕਾਫੀ ਸੁਧਾਰ ਹੋਇਆ ਘਰ ਦੇ ਵਿੱਚ। ਤੇ ਤੁਸੀਂ ਅਰਦਾਸ ਕਰਿਓ ਅੰਜਲੀ ਵਾਸਤੇ ਤੇ ਲਵਜੋਤ ਵਾਸਤੇ। ਇਹ ਨਿੱਕਾ ਜਿਹਾ ਬੱਚਾ ਲੈ ਕੇ ਭੈਣ ਸਾਰੀ ਰਾਤ ਸੜਕਾਂ ਤੇ ਘੁੰਮੀ ਗਏ। ਕਿਸੇ ਨੇ ਮਹਾਰਾਜ ਕਿਰਪਾ ਕੀਤੀ ਵੀ ਕਿਸੇ ਨੇ ਬੱਚਾ ਨਹੀਂ ਤਾਂ ਖੋਲਿਆ ਸੀ ਕਿਤੇ, ਤੇ ਪਰ ਜਾਕੂ ਰੱਖ ਕੇ ਸਾਈਆਂ ਤੇ ਮਾਰ ਸਕੇ ਨਾ ਕੋਈ। ਇਸੇ ਤਰ੍ਹਾਂ ਹੀ ਇਹ ਮਾਂ ਵਿਚਾਰੀ ਤੇ ਕਰਮਾਂ ਦੀ ਮਾਰੀ, ਇਹ ਮਾਂ ਆਪਣੇ ਇਕਲੌਤੇ ਪੁੱਤ ਨੂੰ ਲੈ ਕੇ ਆਈ ਹੈ ਇੱਥੇ। 2 ਧੀਆਂ ਤੇ 1 ਪੁੱਤ ਆ, ਤੇ ਪੁੱਤ ਮੈਂਟਲੀ ਅਪਸੈਟ ਹੋ ਗਿਆ। ਸਾਡੇ ਪੰਜਾਬ ਦੇ ਵਿੱਚ ਜੇ ਕੋਈ ਚੰਗੀ ਚੀਜ਼ ਲੈਣੀ ਹੋਵੇ ਤਾਂ ਸ਼ਾਇਦ ਨਾ ਮਿਲੇ, ਪਰ ਮਾੜੀਆਂ ਚੀਜ਼ਾਂ ਸਾਨੂੰ ਘਰ ਤੱਕ ਦੇ ਕੇ ਜਾਂਦੇ ਨੇ ਆ ਕੇ ਲੋਕ। ਇਹ ਵੀਰ ਭੰਗ ਵਾਲੀਆਂ ਜਿਹੜੀਆਂ ਪੁੜੀਆਂ ਜਿਹੀਆਂ ਮਿਲਦੀਆਂ ਉਹ ਖਾਂਦਾ ਸੀ, ਉਹਦੇ ਨਾਲ ਇਹਦਾ ਦਿਮਾਗ ਚੱਕਿਆ ਗਿਆ, ਮੈਂਟਲੀ ਸਿੱਕ ਹੋ ਗਿਆ। ਹੁਣ ਇਹਨੂੰ ਆਪਦੀ ਵੀ ਕੋਈ ਸੁੱਧ ਬੁੱਧ ਨਹੀਂ ਰਹਿੰਦੀ। ਤੇ ਆ ਤੁਸੀਂ ਦੇਖ ਸਕਦੇ ਹੋ ਬਾਹਰ ਦੇ ਵਿੱਚ ਕਿੰਨੇ ਕਿਹੜੇ ਕੁੜੇ ਪਾਈ ਫਿਰਦਾ, ਕਿਵੇਂ ਆ ਕੰਨਾਂ ਦੇ ਵਿੱਚ ਬਾਲੀਆਂ ਪਾਈਆਂ, ਟੌਪਸ ਪਾਏ ਆ। ਯਾਨੀ ਕਿ ਜ਼ਿੰਦਗੀ ਦਾ ਜਿਹੜਾ ਮੋਟਿਵਾ ਤਰਸੀਮ ਦਾ ਉਹੀ ਬਦਲਿਆ ਪਿਆ ਵਾ। ਇਹ ਵਿਚਾਰੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਆ ਮਾਂ। ਇਹਦੀਆਂ ਭੈਣਾਂ ਜਿਹੜੀਆਂ ਉਹ ਵੀ ਲੋਕਾਂ ਦੇ ਘਰੇ ਝਾੜੂ ਪੋਚਾ ਕਰਕੇ ਘਰ ਚਲਾਉਂਦੀਆਂ।
ਆਪਣੀਆਂ ਧੀਆਂ ਦਾ ਵਿਆਹ ਕਰਨ ਵਾਸਤੇ ਤਾਂ ਮਾਂ ਉਪਰਾਲਾ ਕਰ ਰਹੀ ਆ, ਆਪਣੇ ਪੁੱਤ ਲਈ ਕੀ ਕਰੇ। ਲੋਕ ਵੀ ਸਾਥ ਨਹੀਂ ਦਿੰਦੇ, ਲੋਕ ਵੀ ਕਹਿੰਦੇ ਆ ਜੀ ਤਾਂ ਨਸ਼ੇ ਕਰਦਾ, ਨਸ਼ੇੜੀ ਆ, ਤੇ ਬਸ ਇਹ ਕਹਿ ਕੇ ਲੋਕ ਖਹਿੜਾ ਛਡਾ ਲੈਂਦੇ ਨੇ। ਇੱਥੇ ਵੀਰ ਹੁਣੀ ਲੈ ਕੇ ਆਏ ਨਾਲ ਜਿਹੜੇ, ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ, ਉਹਨਾਂ ਨੇ ਸਾਨੂੰ ਦੱਸਿਆ, ਜਿਹਦੇ ਕਰਕੇ ਸਾਨੂੰ ਪਤਾ ਲੱਗਿਆ। ਅੱਜ ਅਸੀਂ ਕੈਂਪ ਤੇ ਬੁਲਾਇਆ ਸੀ, ਤੇ ਮਹਾਰਾਜ ਅੱਗੇ ਅਰਦਾਸ ਕਰਿਓ, ਤਰਸੀਮ ਹੈ ਇਹਦਾ ਵੀਰ ਦਾ ਨਾਮ, ਵੀ ਇਹ ਤੰਦਰੁਸਤ ਹੋ ਜਾਵੇ, ਠੀਕ ਹੋ ਜਾਵੇ, ਆਪਣਾ ਚੰਗਾ ਜੀਵਨ ਬਤੀਤ ਕਰੇ, ਮਾਂ ਨੂੰ ਸੁੱਖ ਦੇਵੇ ਆਪਣੇ ਨੂੰ। ਇੱਦਾਂ ਹੀ ਮਾਤਾ ਜੀ ਆਪਣੇ ਬੇਟੇ ਨੂੰ ਲੈ ਕੇ ਆਏ ਨੇ। ਇਹ ਵੀ ਵੀਰ ਜਨਮ ਤੋਂ ਹੀ ਮੰਦਬੁੱਧੀ ਆ, ਤੇ ਕੀ ਨਾਮ ਸੀ ਮਾਤਾ ਜੀ ਦਾ? ਜਗਮੋਹਨ ਸਿੰਘ। ਤੇ ਜਗਮੋਹਨ ਸਿੰਘ ਵਾਸਤੇ ਵੀ ਅਰਦਾਸ ਕਰਿਓ, ਵੀ ਤਾਂ ਜੋ ਮਾਂ ਨੂੰ ਵੀ ਆਪਣੇ ਪੁੱਤ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਇੱਕ ਚੰਗਾ ਜੀਵਨ ਬਤੀਤ ਕਰਦੇ ਹੋਏ ਦੇਖ ਸਕਣ। ਤੁਸੀਂ ਕਿੱਥੋਂ ਆਏ ਮਾਤਾ ਜੀ? ਗੁਰਦਾਸਪੁਰ। ਤੁਸੀਂ ਮਾਤਾ ਕਿੱਥੋਂ ਆਏ? ਖੰਨੇ ਦੇ ਕੋਲ। ਠੀਕ ਹੈ। ਇੱਕ ਇਹ ਭੈਣ ਆ, ਇਹ ਆਪਣੇ ਹਸਬੈਂਡ ਨੂੰ ਲੈ ਕੇ ਆਏ ਨੇ। ਵੀਰ ਦਾ ਐਕਸੀਡੈਂਟ ਹੋ ਗਿਆ ਸੀਗਾ, ਸੱਟ ਲੱਗੀ ਸੀਗੀ, ਉੱਠ ਤੋਂ ਡਿੱਗ ਪਈ, ਘਰੇ ਡਿੱਗ ਪਈ, ਸਿਰ ਦੇ ਵਿੱਚ ਸੱਟ ਲੱਗੀ। ਸਿਰ ਤੇ ਸੱਟ ਲੱਗਣ ਨਾਲ ਸਿਰ ਦੇ ਵਿੱਚ ਬਲੱਡ ਜੰਮ ਗਿਆ। ਗਰੀਬ ਪਰਿਵਾਰ ਹੋਣ ਕਰਕੇ ਜਿਹੜਾ ਇਲਾਜ ਆ ਇਹਨਾਂ ਨੇ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਕਰਵਾਇਆ। ਉੱਥੇ ਜਿੰਨੇ ਕੁ ਪੈਸੇ ਸੀਗੇ ਲਾਤੇ, ਉਸ ਤੋਂ ਬਾਅਦ ਟ੍ਰੀਟਮੈਂਟ ਨਹੀਂ ਕਰਵਾ ਪਾਇਆ ਪਰਿਵਾਰ। ਹੁਣ ਵੀਰ ਇਹ ਮੈਂਟਲੀ ਅਪਸੈਟ ਹੋ ਗਿਆ, ਘਰੋਂ ਭੱਜ ਜਾਂਦਾ। ਅੱਜ ਵੀ ਭੈਣ ਦੱਸਦੀ ਵੀ 4 ਦਿਨਾਂ ਬਾਅਦ ਘਰੋਂ ਬਾਹਰੋਂ ਲੱਭ ਕੇ ਫੇਰ ਲੈ ਕੇ ਆਏ ਨੇ। ਕੱਪੜੇ ਲੀਰਾਂ ਇਕੱਠੀਆਂ ਕਰੀ ਜਾਂਦਾ, ਸਮਾਨ ਕੂੜਾ ਇਕੱਠਾ ਕਰ ਕਰਕੇ ਘਰੇ ਲਈ ਆਉਂਦਾ। ਕੋਈ ਸੁੱਧ ਨਹੀਂ, ਕੋਈ ਬੁੱਧ ਨਹੀਂ ਆਉਂਦੀ। ਕੀ ਨਾਮ ਹੈ? ਅਖਬਾਰ। ਅਖਬਾਰ ਕਿਵੇਂ ਵੀਰੇ? ਠੀਕ ਆ? ਸਿਹਤ ਠੀਕ ਹੈ ਤੇਰੀ? ਇਦਾਂ ਹੀ ਬਸ ਕਰੀ ਜਾਂਦਾ। ਜਿਹੜੀ ਕਿ ਬਿਮਾਰੀ ਹੈ ਨਾ, ਜਿਹੜੀ ਸਾਡੇ ਅੱਜ ਪੰਜਾਬ ਦੇ ਵਿੱਚ ਬਿਮਾਰੀ ਨਹੀਂ ਕੋਈ ਵੱਡੀ ਹੈਗੀ ਜਿਹਦਾ ਇਲਾਜ ਨਾ ਹੋਵੇ। ਗਰੀਬੀ ਸਭ ਤੋਂ ਵੱਡੀ ਬਿਮਾਰੀ ਬਣ ਗਈ ਹੈ, ਕਿਉਂਕਿ ਗਰੀਬੀ ਦਾ ਕੋਈ ਇਲਾਜ ਨਹੀਂ ਹੈਗਾ। ਜੇ 4 ਪੈਸੇ ਹੋਣ ਬੰਦੇ ਦੇ ਘਰੇ, ਜਿਹਦੇ ਕਹਿੰਦੇ ਘਰ 'ਚ ਦਾਣੇ, ਉਹਦੇ ਕਮਲੇ ਵੀ ਸਿਆਣੇ। ਜਿਹਦੇ ਘਰ 'ਚ ਦਾਣੇ ਹੈ ਨਹੀਂ ਨਾ, ਤੇ ਉਹਦੇ ਸਿਆਣੇ ਵੀ ਕਮਲੇ ਹੋ ਜਾਂਦੇ ਆ। ਤੇ ਇਦਾਂ ਹੀ ਪਰਿਵਾਰਾਂ ਦੇ ਵਿੱਚ ਜਦੋਂ ਇਲਾਜ ਨਹੀਂ ਕਰਵਾ ਪਾਉਂਦੇ, ਫਿਰ ਇਦਾਂ ਦੀਆਂ ਜ਼ਿੰਦਗੀਆਂ ਜਿਉਂਦੇ ਨੇ। ਇਕਬਾਲ ਸਿੰਘ ਵਰਗੇ ਵੀਰ, ਇਹ ਭੈਣ ਆਪਣੇ ਹਸਬੈਂਡ ਨੂੰ ਲੈ ਕੇ ਇੱਥੇ ਪਹੁੰਚੇ ਨੇ। ਬੱਚੇ ਭੈਣ ਕਿਵੇਂ ਤੁਹਾਡੇ? ਬੇਟਾ ਬੇਟੀ? ਇੱਕ ਬੇਟਾ ਵਾ, ਛੋਟਾ ਵਾ, ਗੁੱਡੀਆਂ ਵੱਡੀਆਂ। ਡਰਦੀਆਂ ਘਰੋਂ ਭੱਜ ਜਾਂਦੀਆਂ, ਨੰਗਾ ਹੋ ਕੇ ਮਗਰ ਲੱਗ ਜਾਂਦਾ। ਅੱਛਾ। ਚੰਦਰੀ ਕੱਢ ਕੇ ਛੱਡਦੇ ਆ। ਇਹਦਾ ਸ਼ਰਟ ਵੱਡੀ ਹੈ, ਦੱਸੋ। ਚੰਦਰੀ ਕੱਢ ਕੇ ਛੱਡਦੇ ਆ। ਹਾਂ, ਮੁਲਾਜ਼ਮ ਜੀ ਕੋਲੇ ਖੜੇ ਆ। ਅੱਛਾ, ਤੁਸੀਂ ਨਾਮ ਲੋਕਾਂ ਦੇ ਘਰਾਂ 'ਚ ਵੜਦੇ, ਨੰਗਾ ਹੋ ਕੇ ਮਗਰ ਲੱਗ ਜਾਂਦਾ। ਖਾਣ ਪੀਣ ਵਾਲੀ ਚੀਜ਼ ਨੂੰ ਬਦਨਾਮ ਕਰੀ ਜਾਂਦੇ, ਕਰੀ ਜਾਣ ਭਲਾ। ਪੁੱਤ ਬਹੁਤ ਦੁਖੀ ਹੈ। ਮੈਂ ਸਮਝ ਲਿਆ, ਮੈਂ ਸਮਝ ਸਕਦਾ। ਲੋਕਾਂ ਦੇ ਭਾਂਡੇ ਮਾਂਜ ਕੇ ਗੁਜ਼ਾਰਾ ਕਰਦੀ। ਅੱਛਾ ਜੀ। ਕਿਰਾਏ ਤੇ ਰਹਿੰਦੀ, ਅਗਲੇ ਕਿਰਾਏ ਵਾਲੇ ਵੀ ਕੱਢ ਦਿੰਦੇ ਜਦੋਂ ਤੰਗ ਕਰ। ਰਹਿੰਦੇ ਫਰੀਦਕੋਟ ਹੀ ਹੋ? ਨਹੀਂ ਫਰੀਦਕੋਟ ਅੱਗੇ ਤੋਂ ਕਿਰਾਏ ਵਾਲੀ ਹੱਥ ਨਿਕਲ ਜੇ, ਕਿੱਥੇ ਜਾਊਗੀ ਧੀਆਂ ਲੈ? ਜਵਾਨਾਂ ਇਹਦੀ ਚਿੱਟੀਆਂ ਜੀ। ਵਾਹਿਗੁਰੂ। ਇਹ ਮਾਤਾ ਜੀ ਦੀਆਂ ਅੱਖਾਂ ਦੇ ਵਿੱਚੋਂ ਨਿਕਲਦੇ ਹੰਝੂ, ਭੈਣ ਦੀਆਂ ਅੱਖਾਂ 'ਚੋਂ ਨਿਕਲਦੇ ਹੰਝੂ ਦੱਸਦੇ ਆ ਇਹਨਾਂ ਦੀ ਤਕਲੀਫ ਕਿੰਨੀ ਹੈ। ਇਹ ਮਾਂ ਦਾ ਜਵਾਈ ਆ। ਇਹ ਆਪਣੀਆਂ ਦੋਹਤੀਆਂ ਬਾਰੇ ਗੱਲ ਕਰਦੇ ਨੇ ਵੀ ਜਿਹੜੀਆਂ ਵੀਰ ਦੀਆਂ 3 ਕੁੜੀਆਂ ਜਵਾਨ ਨੇ, ਵਿਆਹਣ ਵਾਲੀਆਂ ਨੇ, ਉਹ ਘਰ 'ਚ ਹੁੰਦੀਆਂ। ਇਹ ਮੈਂਟਲੀ ਇੰਨਾ ਅਪਸੈਟ ਆ, ਕੱਪੜੇ ਉਤਾਰ ਦਿੰਦਾ ਆਪਣੀਆਂ ਬੇਟੀਆਂ ਦੇ ਸਾਹਮਣੇ, ਉਹਨਾਂ ਦੇ ਮਗਰ ਭੱਜ ਲੈਂਦਾ। ਉਹ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਆਪਣਾ ਬਚਾਅ ਕਰਦੀਆਂ। ਦੇਖੋ ਕਿੱਡੀ ਵੱਡੀ ਪੜਦਾ ਪਿਆ ਦਿਮਾਗ ਤੇ ਵੀ ਆਪਣੀਆਂ ਬੇਟੀਆਂ ਦੀ ਵੀ ਜਾਣੀ ਕਿ ਇਸ ਟਾਈਮ ਸੂਝ-ਬੂਝ ਹੈ ਨਹੀਂ ਆ। ਪਰ ਬੜੀ ਦੁੱਖ ਦੀ ਗੱਲ ਆ ਵੀ ਇਹਨਾਂ ਦਾ ਸਮਾਜ ਆ ਜਿਹੜਾ ਉਹ ਦੇਖ ਰਿਹਾ। ਇਹਨਾਂ ਦੇ ਆਸ-ਪਾਸ ਬਥੇਰੇ ਲੋਕ ਹੋਣਗੇ ਜਿਹੜੇ ਧਨਾਟ ਹੋਣਗੇ, ਜਿਹੜੇ ਬਾਹਰ ਕੈਨੇਡਾ ਅਮਰੀਕਾ 'ਚ ਵੀ ਗਏ ਹੋਣਗੇ। ਉਹ ਆਸ-ਪਾਸ ਦੇ ਲੋਕਾਂ ਦੀ ਮਦਦ ਕਿਉਂ ਨਹੀਂ ਕਰਦੇ? ਕਿਉਂ ਉਹ ਸੰਸਥਾਵਾਂ ਦੇ ਵਿੱਚ ਆ ਕੇ ਪੁੱਛਦੇ ਨੇ, ਸਾਨੂੰ ਫੋਨ ਕਰਕੇ ਕਹਿੰਦੇ ਨੇ ਬਾਈ ਦੱਸੋ ਕੀ ਚਾਹੀਦਾ, ਪੈਸੇ ਭੇਜ ਦਈਏ, ਕੀ ਕਰੀਏ? ਬਾਈ ਆਪਣੇ ਪਿੰਡਾਂ 'ਚ ਦੇਖੋ, ਆਪਣੇ ਆਸ-ਪਾਸ ਗਲੀਆਂ ਮੁਹੱਲਿਆਂ 'ਚ ਦੇਖੋ। ਇੱਦਾਂ ਦੀਆਂ ਸੰਸਥਾਵਾਂ ਦੀ ਲੋੜ ਹੀ ਨਾ ਪਵੇ। ਜੇ ਤੁਸੀਂ ਆਪਦੀਆਂ ਜ਼ਿੰਮੇਵਾਰੀਆਂ ਆਪਦੇ ਆਸ-ਪਾਸ ਦੇ ਲੋਕਾਂ ਦੀ ਮਦਦ ਕਰੋ ਤਾਂ ਤੁਹਾਡੇ ਅੰਦਰ ਵੀ ਭਾਈ ਘਨੱਈਆ ਜੀ ਦੀ ਉਹ ਰੂਹ ਬੈਠੀ ਆ ਵੀ ਉਹਨਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ। ਤੁਸੀਂ ਭਗਤ ਪੂਰਨ ਸਿੰਘ ਜੀ ਦੇ ਵੀ ਵਾਰਸ ਹੋ ਵੀ ਜਿਨ੍ਹਾਂ ਨੇ ਕੋੜੀਆਂ ਤੇ ਪਿੰਗਲਿਆਂ ਨੂੰ ਚੱਕ ਕੇ ਏਡਾ ਵੱਡਾ ਪਿੰਗਲਵਾੜਾ ਸਾਹਿਬ ਖੜਾ ਕਰਤਾ। ਆਪਾਂ ਆਪਣੇ ਆਸ-ਪਾਸ ਆਪਣੇ ਗਲੀ ਮੁਹੱਲੇ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਇਕਬਾਲ ਸਿੰਘ ਵਰਗੇ ਵੀਰਾਂ ਨੂੰ ਇਦਾਂ ਦੇ ਹਾਲਾਤਾਂ ਦੇ ਵਿੱਚ ਦੇਖਦੇ ਆ ਤੇ ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਕੋਈ ਉਪਰਾਲਾ ਨਹੀਂ ਕਰ ਸਕਦੇ।
ਇਹਨੂੰ ਉੱਥੇ ਵੀ ਇਹਦੀ ਮਦਦ ਕੀਤੀ ਜਾ ਸਕਦੀ ਸੀ। ਇਹਦੇ ਪਿੰਡ ਦੇ ਆਸ-ਪਾਸ ਦੇ ਲੋਕ ਇਹਦੇ ਘਰ ਤੇ ਉੱਥੇ ਮਦਦ ਕਰ ਸਕਦੇ ਸੀ, ਇਹਨੂੰ ਇੱਥੇ ਆਉਣ ਦੀ ਲੋੜ ਹੀ ਨਾ ਪੈਂਦੀ। ਪਰ ਨਹੀਂ, ਅਸੀਂ ਤਾਂ ਮੂਕ ਦਰਸ਼ਨ ਬਣ ਕੇ ਖੜੇ ਦੇਖ ਰਹੇ ਹਾਂ। ਸਾਨੂੰ ਆ ਮਾਂ ਦੀਆਂ ਅੱਖਾਂ ਦੇ ਵਿੱਚ ਨਿਕਲਦੇ ਹੰਝੂ ਨਹੀਂ ਦਿਖਦੇ, ਉਹਨਾਂ ਧੀਆਂ ਦੀਆਂ ਅੱਖਾਂ ਦੇ ਵਿੱਚ ਖੌਫ ਨਹੀਂ ਦਿਖਦਾ ਜਿਹੜੀਆਂ ਆਪਣੇ ਬਾਪ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਦੇ ਘਰੇ ਭੱਜ ਕੇ ਚਲੇ ਜਾਂਦੀਆਂ। ਇਹ ਸੋਚਣ ਦੀ ਲੋੜ ਆ। ਇਹ ਅੱਜ ਇਕਬਾਲ ਸਿੰਘ ਦੇ ਘਰ 'ਚ ਹੋਈ ਆ, ਇਹ ਟਾਈਮ ਆਪਣੇ ਘਰ ਵੀ ਹੋ ਸਕਦੀ, ਕਿਸੇ ਨਾਲ ਵੀ ਹੋ ਸਕਦੀ। ਐਕਸੀਡੈਂਟ ਹੋਇਆ, ਸੱਟ ਲੱਗੀ ਆ, ਸੱਟ ਕਿਸੇ ਤੇ ਵੀ ਲੱਗ ਸਕਦੀ, ਬਸ ਗਰੀਬੀ ਹੋਣ ਕਰਕੇ ਇਲਾਜ ਨਹੀਂ ਕਰਵਾ ਪਾਏ। ਤੁਸੀਂ ਵੀ ਆਈਆਂ ਗੱਡੀ ਲੈ ਕੇ ਆਏ ਏਦਾਂ। ਇਹ ਨਵੇਂ ਪੇਸ਼ੈਂਟ ਸੀਗੇ, ਇੱਧਰ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਬੈਠੇ ਨੇ ਸਾਰੇ ਪੁਰਾਣੇ ਮਰੀਜ਼ ਨੇ ਜਿਹਨਾਂ ਦੀਆਂ ਪਹਿਲਾਂ ਹੀ ਦਵਾਈਆਂ ਚੱਲ ਰਹੀਆਂ ਵਾ। ਵੀਰੇ ਤੁਹਾਡੀ ਦਵਾਈ ਕਿਵੇਂ ਚੱਲਦੀ? ਸਤਿ ਸ਼੍ਰੀ ਅਕਾਲ। ਕਿਵੇਂ, ਕਿੰਨਾ ਟਾਈਮ ਹੋ ਗਿਆ ਦਵਾਈ ਚੱਲਦੀ? ਕਿਵੇਂ ਫਰਕ ਆ? ਠੀਕ ਆ ਵੀਰੇ। ਕਿੱਥੋਂ ਆਏ ਹੋ? ਮਾਨਸਾ ਤੋਂ। ਤੁਸੀਂ ਵੀਰੇ? ਸਾਲ ਹੋ ਗਿਆ ਹੁਣ ਦਵਾਈ ਕਿੰਨਾ ਕਿ ਮਹੀਨੇ ਦੀ ਜਿਹੜੀ ਲੱਗੀ ਆ ਉਹ ਠੀਕ ਆ, ਹੁਣ ਸੈੱਟ ਆ? ਹਾਂਜੀ ਵੀਰੇ, ਮਹੀਨਾ ਹੋ ਗਿਆ ਜੀ। ਪਹਿਲੀ ਵਾਰ, ਦੂਜੀ ਵਾਰੀ ਆਏ? ਠੀਕ ਹੋ? ਠੀਕ ਆ, ਬੈਠਾ ਭਾਈ। ਠੀਕ ਆ ਮਾਤਾ ਜੀ, ਕਿਵੇਂ ਆ? ਤੁਹਾਡੇ ਬੇਟੀ ਕਿਵੇਂ ਆ? ਠੀਕ ਆ ਹੁਣ ਭਾਈ ਕੁੜੀਏ ਠੀਕ ਆ ਤੂੰ? ਇਹ ਸਾਡੀ ਭੈਣ ਆ, ਇਹਦੀ ਦਵਾਈ ਸਾਡੇ ਕੋਲੋਂ ਚੱਲਦੀ ਸੀਗੀ ਪਮਾਲ ਤੋਂ ਹੀ ਹੈ ਨਾ ਮਾਤਾ ਜੀ? ਪਮਾਲੀ ਤੋਂ। ਕਿੰਨਾ ਟਾਈਮ ਹੋ ਗਿਆ ਜੀ ਦਵਾਈ ਚੱਲਦੀ ਨੂੰ ਸਾਡੇ ਕੋਲੋਂ? ਪਿਛਲੇ ਸਾਲ ਕਿ 2019 ਚ। ਤੇ ਉਦੋਂ ਤੋਂ ਭੈਣ ਦੀ ਦਵਾਈ ਚੱਲਦੀ ਸੀ। ਭੈਣ ਦੇ ਦਿਮਾਗੀ ਸੰਤੁਲਨ ਬਿਲਕੁਲ ਠੀਕ ਨਹੀਂ ਸੀਗਾ, ਪਰ ਸਮੇਂ ਦੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਨਾਲ ਭੈਣ ਠੀਕ ਹੁੰਦੇ ਬਿਲਕੁਲ ਠੀਕ ਹੋ ਗਈ। ਹੁਣ ਮਾਤਾ ਜੀ ਨੇ ਪਿੱਛੇ ਜੇ ਆਪਣੀ ਬੇਟੀ ਦਾ ਵਿਆਹ ਵੀ ਕਰਤਾ। ਅੱਜ ਭੈਣ ਦਵਾਈ ਲੈਣ ਆਏ ਨੇ। ਤੁਸੀਂ ਚਿਹਰੇ ਤੋਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਹੁਣ ਇਹ ਭੈਣ ਬਿਲਕੁਲ ਠੀਕ ਆ। ਇੰਨਾ ਅਸਰ ਆ ਤੁਹਾਡੀਆਂ ਦੁਆਵਾਂ ਤੇ ਤੁਹਾਡੀਆਂ ਅਰਦਾਸਾਂ ਦੇ ਵਿੱਚ। ਤੁਹਾਡੀਆਂ ਭੇਜੀਆਂ ਹੋਈਆਂ ਦਵਾਈਆਂ ਜਿਹੜੀਆਂ ਅਸੀਂ ਪ੍ਰਸ਼ਾਦ ਦੇ ਰੂਪ 'ਚ ਇਹਨਾਂ ਭੈਣਾਂ ਭਰਾਵਾਂ ਨੂੰ ਦਿੰਦੇ ਆ, ਉਹਦਾ ਇੰਨਾ ਵੱਡਾ ਅਸਰ ਪੈਂਦਾ। ਹਮੇਸ਼ਾ ਅਸੀਂ ਬੇਨਤੀ ਕਰਦੇ ਆ ਵੀ ਜਿਹੜੀਆਂ ਮੈਡੀਸਨ ਦੀਆਂ ਲਿਸਟਾਂ ਅਸੀਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਹੁੰਦੇ ਆ, ਉਹ ਦਵਾਈਆਂ ਜ਼ਰੂਰ ਸਾਡੇ ਤੱਕ ਪਹੁੰਚਦੀਆਂ ਕਰਿਆ ਕਰੋ ਤੁਸੀਂ, ਤਾਂ ਜੋ ਅਸੀਂ ਇਹਨਾਂ ਭੈਣਾਂ ਭਰਾਵਾਂ ਨੂੰ ਦਵਾਈਆਂ ਦੇ ਸਕੀਏ ਤੇ ਇਹ ਠੀਕ ਹੋ ਸਕਣ। ਹਾਂਜੀ ਭੈਣੇ, ਠੀਕ ਹੋ? ਠੀਕ ਹੋ ਭੈਣੇ? ਇਹ ਹੁਣ ਮੌਸਮ ਬਦਲ ਰਿਹਾ ਨਾ, ਇਸ ਮੌਸਮ ਦੇ ਬਦਲਣ ਨਾਲ ਕਾਫੀ ਬੰਦਿਆਂ ਨੂੰ, ਮਰੀਜ਼ਾਂ ਨੂੰ ਪ੍ਰੋਬਲਮ ਆਉਂਦੀ ਹੈ। ਇਹਨਾਂ ਮਹੀਨਿਆਂ ਦੇ ਵਿੱਚ ਫਿਰ ਦਵਾਈ ਥੋੜੀ ਬਦਲ ਦਿੰਦੇ ਆ ਡਾਕਟਰ। ਅੱਜ ਮਿਲਿਆ ਡਾਕਟਰ ਨੂੰ ਜੀ? ਕੋਈ ਨਾ, ਹੋਣਾ ਠੀਕ ਹੈ। ਹਾਂਜੀ ਭੈਣ, ਅੱਗੇ ਕਿਵੇਂ ਬਾਈ? ਠੀਕ ਆ? ਚਲੋ ਵਧੀਆ ਵਧੀਆ। ਪਹਿਲੇ ਦਿਨ ਜਿੱਦਣ ਆਏ ਸੀ ਉਦੋਂ ਬਹੁਤ ਹਾਲਾਤ ਮਾੜੇ ਸੀ। ਕਿਵੇਂ ਆ ਵੀਰੇ? ਕੀ ਨਾਂ ਤੇਰਾ? ਹੈਂ? ਗੁਰਪ੍ਰੀਤ ਸਿੰਘ? ਉਹ ਵਾਹ ਗੁਰਪ੍ਰੀਤ, ਕਿਵੇਂ ਹੋ ਗੁਰਪ੍ਰੀਤ? ਠੀਕ ਹੈ। ਪਿੰਡ ਕਿਹੜਾ ਤੇਰਾ? ਜੋਧਪੁਰ? ਜੀਵਨਪੁਰ ਜੱਟਾ। ਕਿੰਨੇ ਸਾਲਾਂ ਤੋਂ ਭੈਣੇ ਏਦਾਂ? ਇਹਦੇ ਡੈਡੀ ਜਿੱਦਾਂ ਡੈਥ ਹੋ ਗਈ 7 ਸਾਲ ਤੋਂ ਹੋ ਗਿਆ ਸੀ ਤਾਂ ਜਿਆਦਾ ਫਿਰ ਘਰੇ ਪਹਿਲਾਂ ਦੇ ਘਰੇ ਭੱਜ ਜਾਂਦਾ ਸੀਗਾ। ਇਹਦਾ ਇਲਾਜ ਵੀ ਅਸੀਂ ਬਹੁਤ ਕਰਵਾਇਆ, ਜਿੱਦਾਂ 2-3 ਸਾਲ। ਫਿਰ ਤੁਹਾਡੇ ਬਾਰੇ ਸਾਨੂੰ ਦੱਸਿਆ ਕਿਸੇ ਨੇ ਤਾਂ, ਤੇ ਅਸੀਂ ਇੱਥੇ ਆ ਕੇ ਪਹੁੰਚੇ ਤਾਂ ਫਿਰ ਦਵਾਈ ਅਸੀਂ ਇਹਦੀ ਚਲਾਈ ਤਾਂ ਠੀਕ ਬੈਠੀ ਹੈ ਦਵਾਈ ਚ। ਹੁਣ ਠੀਕ ਹੈ ਭੈਣ? ਹਾਂਜੀ, ਹੁਣ ਤਾਂ ਬਾਜੀ ਜਿਹੜਾ ਮਸ਼ੀਨਰੀ ਕਿਤੇ ਵੀ ਲੈ ਜਾ ਚਲਾ ਕੇ ਲੈ ਜਾਂਦੇ। ਹਾਂਜੀ ਚਲੋ ਗੁਰਪ੍ਰੀਤ, ਮਹਾਰਾਜ ਕਿਰਪਾ ਕਰੇ ਤੇ ਵੀਰੇ। ਮੈਂ ਹਾਂਜੀ ਬਾਪੂ, ਕਿਵੇਂ ਹੋ? ਠੀਕ ਹੋ? ਨੀਂਦ ਨਹੀਂ ਆਉਂਦੀ? ਕੋਈ ਨਾ ਬਾਪੂ, ਡਾਕਟਰ ਨੂੰ ਦੱਸੀ ਗੱਲ, ਮੈਂ ਕਰਦਾ ਡਾਕਟਰ ਨਾਲ ਗੱਲ। ਹਾਂਜੀ ਵੀਰੇ, ਕਿਵੇਂ? ਠੀਕ ਹੈ ਬਾਈ? ਠੀਕ ਹੈ ਮਾਤਾ ਜੀ? ਸੈੱਟ ਆ ਦਵਾਈ? ਹਾਂਜੀ ਮਾਤਾ ਜੀ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਹੈ ਕਾਹਦੀ? ਗੋਡਿਆਂ ਦੇ? ਮੇਰੇ ਤਾਂ ਆਪ ਵੀ ਦੁਖੀ ਹੁੰਦੇ ਗੋਡੇ। ਹਾਂ, ਇੱਥੇ ਦੀ ਅਰਦਾਸ ਕਰ ਵੀ ਕਿਤੇ ਕੰਮ ਆਵੇ। ਸਤਿ ਸ਼੍ਰੀ ਅਕਾਲ। ਠੀਕ ਹੋ ਵੀਰੇ? ਦੇਖੋ ਭੈਣ, ਦਵਾਈ ਨਹੀਂ ਬੰਦ ਕਰਨੀ। ਇੱਕ ਅੱਗੇ ਵੀ ਅਕਸਰ ਅਸੀਂ ਬੇਨਤੀ ਕਰਦੇ ਰਹਿੰਦੇ, ਜਿਹੜੇ ਭੈਣ ਭਰਾ ਸਾਡੇ ਕੋਲੋਂ ਦਵਾਈਆਂ ਲੈਂਦੇ ਨੇ, ਵੀ ਦਵਾਈ ਵਿੱਚੋਂ ਬੰਦ ਨਾ ਕਰਿਆ ਕਰੋ। ਇਹ ਦਵਾਈ ਦਾ ਇੱਕ ਕੋਰਸ ਆ ਪੂਰਾ, ਮਤਲਬ 1 ਤੋਂ ਲੈ ਕੇ 100 ਤੱਕ, 1 2 3 4 5 6 7 ਇੱਕ ਕੋਰਸ ਆ ਪੂਰਾ।
ਜਦੋਂ ਆਪਾਂ ਇਹਦੇ ਵਿੱਚੋਂ ਕੋਈ ਦਵਾਈ 20 ਤੇ ਜਾ ਕੇ, ਕੋਈ 30 ਤੇ, ਕੋਈ 40 ਤੇ ਜਾ ਕੇ ਬੰਦ ਕਰ ਦਿੰਦੇ ਆ ਤਾਂ ਉਹ ਸਾਰਾ ਜ਼ੀਰੋ ਹੋ ਜਾਂਦਾ ਕੋਰਸ। ਜੇ ਦਵਾਈ ਬੰਦ ਕਰਨਾ ਮਤਲਬ ਤੁਹਾਡਾ ਇਲਾਜ ਆ ਜਿਹੜਾ ਉਹ ਅਨਕੰਪਲੀਟ ਆ, ਉਹ ਕੰਪਲੀਟ ਨਹੀਂ ਹੋਇਆ। ਉਹ ਮੁੜ ਕੇ ਕਿੰਨਾ ਸਮਾਂ ਦੁਬਾਰਾ ਲੱਗਦਾ ਉਹਨੂੰ ਦੁਬਾਰਾ ਸ਼ੁਰੂ ਤੋਂ ਫਿਰ ਐਂਡ ਤੱਕ ਜਾਂਦੇ ਹਨ। ਇਸ ਕਰਕੇ ਪਲੀਜ਼ ਸਾਡੀ ਬੇਨਤੀ ਆ, ਜਿਹੜੀਆਂ ਦਿਮਾਗ ਦੀਆਂ ਦਵਾਈਆਂ ਤੁਸੀਂ ਲੈ ਰਹੇ ਹੋ ਇਹ ਬੰਦ ਨਾ ਕਰਿਆ ਕਰੋ, ਇਹਨਾਂ ਨੂੰ ਲਗਾਤਾਰ ਕੰਟੀਨਿਊ ਚੱਲਦੀਆਂ ਰਹਿਣ ਦਿਓ। ਕੋਈ ਨਾ ਭੈਣੇ ਹੁਣ ਬੰਦ ਨਾ ਕਰਿਓ। ਠੀਕ, ਕਿੱਥੋਂ ਆਏ ਤੁਸੀਂ? ਬੰਗੀਆਂ ਦੇ ਕੋਲ ਮਜਾਰੀ। ਨਹੀਂ ਮੈਂ ਸਮਝਦਾ ਭੈਣੇ, ਲੋਕਡਾਊਨ ਕਰਕੇ ਵੀ ਦਿੱਕਤਾਂ ਆਈਆਂ ਕਾਫੀ ਬੰਦਿਆਂ ਨੂੰ, ਪਰ ਕੋਈ ਜੇ ਦਿੱਕਤ ਨਹੀਂ ਆ ਰਿਹਾ ਸਾਨੂੰ ਫੋਨ ਕਰੋ, ਅਸੀਂ ਦਵਾਈ ਪਹੁੰਚਦੀ ਕਰਾਂਗੇ ਪਰ ਦਵਾਈ ਬੰਦ ਨਹੀਂ ਕਰਨੀ। ਹਾਂਜੀ ਭੈਣੇ ਕਿਵੇਂ ਹੋ? ਸਤਿ ਸ਼੍ਰੀ ਅਕਾਲ। ਕਿਵੇਂ ਵੀਰੇ? ਠੀਕ ਆ? ਕਿੱਥੋਂ ਆਏ ਜੀ? ਸਤਿ ਸ਼੍ਰੀ ਅਕਾਲ। ਹਾਂਜੀ ਕੀ ਹਾਲ ਹੈ ਵੀਰੇ? ਜੁੱਤੀ ਚੋਰੀ ਹੋ ਗਈ ਜੀ। ਓਹੋ ਨਵੇਂ ਆ ਰਹੇ ਆਪਣਾ ਨਵੀਂ ਜੁੱਤੀ ਲੈ ਕੇ ਚੋਰੀ ਕਰਕੇ ਦੱਸੋ ਕੀ ਹੈ? ਇੱਕ ਰੋਟੀ ਜੁੱਤੀ ਦੱਸੇ। ਓਹੋ ਕੀ ਨਾਂ ਤੇਰਾ? ਰਾਜਿੰਦਰ। ਰਜਿੰਦਰਾ ਜੁੱਤੀ ਤੈਨੂੰ ਨਵੀਂ ਲੈ ਦਿੰਦੇ ਗੱਲ ਆ। ਜੁੱਤੀ ਦੀ ਆ ਕਾਕੇ ਨਵੀਂ ਜੁੱਤੀ ਕਢਾ ਕੇ ਦਿਓ ਵੀ ਮੁੰਡੇ ਨੂੰ। ਜੁੱਤੀ ਦੀ ਚਾਹੀਦੀ, ਚਾਹ ਚਾਹੀਦੀ। ਜੁੱਤੀ ਮੈਂ ਕੀ ਕਰਾਂਗਾ? ਨੰਗੇ ਪੈਰ ਤੋਲ ਲਾਂਗਾ ਦੁਬਾਰਾ। ਚੱਲ ਚਾਹ ਪਿਲਾ ਦਿੰਦੇ ਫਿਰ ਰਜਿੰਦਰ। ਕਿਵੇਂ ਭੈਣੇ ਅੱਗੇ ਨਾਲ ਫਰਕ ਆ? ਕਿੰਨਾ ਟਾਈਮ ਹੋ ਗਿਆ ਦਵਾਈ ਚੱਲਦੇ ਨੂੰ? ਤੇ ਲੜਦੇ ਨੇ ਜੀ। ਕਿੱਥੋਂ ਆਏ ਤੁਸੀਂ? ਛੋਟੇ ਨਾਲ ਧਮਕੀ ਦਿੰਦੇ ਆ, ਛੋਟੇ ਭਾਈ ਖੰਨੇ ਤੋਂ? ਕਹਿੰਦੀ ਮਾਰ ਦੂੰਗੀ। ਕੋਈ ਨਹੀਂ ਚੁੱਪ ਕਰ। ਖੰਨੇ ਤੋਂ? ਹਾਂ ਠੀਕ ਹੈ ਠੀਕ ਹੈ ਠੀਕ ਹਾਂ। ਦੁਖੀ ਇਹਨਾਂ ਕਰਕੇ ਰੱਖਦੀਆਂ ਨੇ ਜੀ ਹੱਦ ਤੋਂ ਜ਼ਿਆਦਾ। ਤਾਂ ਮੈਂ ਵੀ ਤਾਂ ਆਪਣੇ ਜਵਾਕਾਂ ਵਿੱਚ ਹੀ ਮਾਰਦੇ ਆ। ਮੇਰਾ ਘਰ ਬਰਬਾਦ ਕੀਤਾ ਬੇਟਾ ਗਿਆ ਜੀ। ਕੋਈ ਨਾ ਮੇਰੀ ਕੋਈ ਨਾ ਮੇਰਾ ਘਰ ਬਰਬਾਦ ਕੀਤਾ ਬੇਟਾ ਗਿਆ ਜੀ। ਕੋਈ ਨਾ ਭੈਣ ਮੇਰੀ, ਇਹ ਕੁਝ ਸਮਾਂ ਹੀ ਹੁੰਦਾ ਮਾੜਾ ਚੰਗਾ। ਘਰ ਵਾਲੀ ਆਹ ਦਵਾਈ ਨਾ ਬੰਦ ਕਰਿਓ। ਬਿਲਕੁਲ ਠੀਕ ਰੀਤੇ ਰੂਪ ਚ ਆ, ਮੈਨੂੰ ਪਤਾ ਉਹਦਾ ਰੀਤੇ ਰੂਪ ਕਿੱਥੇ ਆ। ਫਰਕ ਲੱਗਦਾ ਹੋ ਜਾਣਾ ਠੀਕ ਹੈ ਨੇ, ਪਰ ਦਵਾਈ ਨਾ ਬੰਦ ਕਰੋ ਠੀਕ ਹੈ। ਤੇ ਪਾਗਲ ਕਰਦੀ ਆ। ਬਾਪੂ ਠੀਕ ਹੋ? ਕਿਵੇਂ ਅੱਗੇ ਨਾਲੋਂ ਫਰਕ ਅੱਗੇ ਨਾਲੋਂ? ਕੀ ਹਾਲ ਹੈ ਬਾਈ? ਦਿਹਾੜੀ ਲਾ ਕੇ ਆਏ। ਕੀ ਨਾਂ ਤੇਰਾ? ਝੋਨਾ ਬਣਾ ਗਿਆ। ਕੀ ਨਾਂ? ਸੁਖਵਿੰਦਰ ਸਿੰਘ। ਸੁਖਵਿੰਦਰ ਸਿੰਘ। ਕੰਮ ਕਰਿਆ ਕਰ। ਅੱਛਾ ਡੇਢ ਕਿਆ ਤੋਂ। ਅੱਬਾ ਡੇਢ ਕਿਆ ਤੋਂ। ਬਾਪੂ ਸਤਿ ਸ਼੍ਰੀ ਅਕਾਲ। ਕਿਵੇਂ ਬਾਪੂ ਠੀਕ ਹੈ? ਕਿਵੇਂ ਹੋ? 4 ਸਾਲ ਹੋ ਗਏ ਹੁਣ ਦਵਾਈ ਦਾ ਕੋਈ ਫਰਕ ਨਹੀਂ ਹੁੰਦਾ? ਬਾਬਾ ਜੀ ਕਹਿੰਦਾ ਮੇਰਾ ਬੇਟਾ ਪਹਿਲੀ ਵਾਰੀ ਆਇਆ? ਦੂਜੀ ਵਾਰੀ ਆਏ ਤੁਸੀਂ? ਦੂਜੀ ਵਾਰੀ। ਮੈਨੂੰ ਆਪਣਾ ਬੇਟਾ ਬਣਾਇਆ। ਕੋਈ ਨਾ ਬਾਪੂ ਠੀਕ ਹੋ ਜਾਣਾ। ਕਿਹੜੇ ਕਿੱਥੋਂ ਆਏ? ਸੇਵਾ ਕੀਤੀ ਡੇਰੇ ਲੁਧਿਆਣੇ ਚ। ਲੁਧਿਆਣੇ। ਬਾਬਾ ਗੁਰਵਿੰਦਰ ਸਿੰਘ ਕੋਲ 3 ਮਹੀਨੇ ਸੇਵਾ ਕੀਤੀ ਮੈਂ ਡੇਰੇ। ਬਾਪੂ ਸੇਵਾ ਤੇਰੇ ਕੰਮ ਆਉਣੀ ਆ, ਹੁਣ ਠੀਕ ਹੋ ਜਾਣਾ ਤੁਸੀਂ। ਮੈਨੂੰ ਕਹਿੰਦਾ ਉਹ ਨਾਮ ਜਪਦਾ ਮੈਂ ਭੁੱਲ ਗਿਆ। ਸੇਵਾ ਮਿਲਦੀ ਹੈ ਕਰਮਾਂ ਦੇ ਨਾਲ। ਅਸੀਂ ਤੇਰੀ ਕਰਾ ਦਿਆਂਗੇ ਤੇ ਉਹ ਨਾਮ ਬਿਲਕੁਲ ਯਾਦ ਆ ਜੀ ਤੁਹਾਨੂੰ। ਕਰ ਲੋ ਭਾਗਾਂ ਵਾਲੇ ਹੋ। ਹਾਂਜੀ ਭੈਣੇ ਠੀਕ ਹੋ? ਅੱਗੇ ਨਾਲੋਂ ਅੱਗੇ ਠੀਕ ਹੋ? ਦਵਾਈ ਚੱਲਦੀ ਆ? ਹਾਂ ਦਵਾਈ ਨਾ ਬੰਦ ਕਰੀ ਭੈਣੇ। ਹਾਂਜੀ ਕਿਵੇਂ ਕਿਵੇਂ ਆ ਬਾਈ? ਕਿੰਨੇ ਵਜੇ ਆਏ ਹੋ ਤੁਸੀਂ? ਕੋਈ ਵੀ ਫਰਕ ਪਿਆ? ਡਾਕਟਰ ਨੂੰ ਦੱਸੀ ਸਾਰੀ ਗੱਲ? ਪ੍ਰੋਬਲਮ ਕਿਉਂਕਿ ਇਹ ਜਨਮ ਜਾਤ ਪ੍ਰੋਬਲਮ ਆ ਨਾ, ਬਚਪਨ ਤੋਂ ਇਹਨੂੰ ਦਿੱਕਤ ਹੈ, ਥੋੜਾ ਸਮਾਂ ਲੱਗੂਗਾ ਪਰ ਕੰਟੀਨਿਊ ਰੱਖਿਓ ਮੈਡੀਸਨ ਠੀਕ ਹੈ ਵੀਰੇ। ਕਿੱਥੋਂ ਆਏ ਤੁਸੀਂ? ਗੁਰਦਾਸਪੁਰ ਤੋਂ। ਹਾਂਜੀ ਮਾਤਾ ਸਤਿ ਸ਼੍ਰੀ ਅਕਾਲ। ਕਿਵੇਂ ਆ? ਕਿਵੇਂ ਵੀ ਕਾਕਾ ਮੰਮੀ ਤੂੰ ਠੀਕ ਆ? ਆ ਤੂੰ ਬਾਲ ਕੀ ਕਰਾ ਲਿਆ ਵਾਲਾਂ ਨੂੰ? ਅੱਛਾ ਪਿਛਲੀ ਵਾਰ ਤਾਂ ਮੈਨੂੰ ਲੱਗੇ ਛੋਟੇ ਸੀ ਯਾਰ। ਨਹੀਂ ਛੋਟੇ ਟਾਈਮ ਲੈਂਦਾ ਜੀ। ਹੁਣ ਕੰਮ ਕੁਮ ਕਰਦੇ? ਮੰਮੀ ਰੋਟੀ ਪਾਣੀ ਬਣਾ ਦੇ ਕਿ ਨਹੀਂ? ਅੱਗੇ ਨਾ ਪ੍ਰੋਬਲਮ ਆਈ ਲੱਗਦੀ ਹੈ, ਵਧੀ ਲੱਗਦੀ ਹੈ। ਠੀਕ ਆ ਇਹ ਮੌਸਮ ਬਦਲਿਆ ਨਾ, ਮੌਸਮ ਦੇ ਵਿੱਚ ਦਿੱਕਤ ਆਉਂਦੀ ਹੈ ਇਹਨਾਂ ਦੇ ਨਾਲ। ਇੱਕ ਦੋ ਦਿਨ ਵਿੱਚ ਗਿਆ ਜਿਵੇਂ ਪੈ ਗਿਆ। ਗੈਪ ਨਾ ਪਾਇਆ ਕਰ। ਨਹੀਂ ਮੈਂ ਨਹੀਂ ਮੈਂ ਇਹਨੂੰ ਗੋਲੀ ਕੱਢ ਕੇ ਗਿਆ। ਗੋਲੀ ਆਪ ਹੀ ਲੈ ਲੈਂਦੀ ਸੀ ਪਰ ਇੱਕ ਦਿਨ ਗੋਲੀ ਆਪ ਹੀ ਮੈਂ ਮੰਜੇ ਤੇ ਪਈ ਉਹਨੇ ਦੇਖ ਲਈ ਵੀ ਗੋਲੀ ਨੇ ਲਈ ਨਹੀਂ ਡੱਬੀ ਚੋਂ। ਮੈਂ ਡੱਬੀ ਚ ਕੱਢ ਕੇ ਦੇ ਦਿੱਤੀ। ਅੱਛਾ ਜੀ। ਤਾਂ ਕਰਕੇ ਉਹ ਗੈਪ ਪੈ ਗਿਆ। ਚਲੋ ਹੁਣ ਆਪ ਕੋਲੇ ਖੜ ਕੇ ਕੋਈ ਦਵਾਈ ਖਵਾਇਆ ਕਰ। ਜਿੰਨਾ ਚਿਰ ਗਾਂ ਨਹੀਂ ਦੇਣੀ ਦਵਾਈ ਉਹਨਾਂ ਚਿਰ ਕੋਲੇ ਖੜਨਾ। ਮੰਨ ਮੇਰੇ ਕੰਮ ਤੇ ਵੀ ਜਾਣਾ। ਨਹੀਂ ਭਾਈ ਬਣ ਕੇ ਇਹ ਜ਼ਰੂਰੀ ਆ। ਕੰਮ ਤੇਰਾ ਜੇ ਘੱਟ ਵੀ ਕਰ ਲੈਂਗੇ ਸਮਝੋ ਜੇ ਮਾਂ ਨਾ ਸਾਂਭੀ ਗਈ ਕੋਈ ਕੰਮ ਨਹੀਂ ਕੰਮ ਆਉਣਾ। ਠੀਕ ਹੈ ਨਾ? ਜਦੋਂ 2 ਟਾਈਮ ਤਾਂ ਕੋਲੇ ਖੜ ਕੇ ਦਿਆ ਕਰਨਾ। ਹੋਰ ਮਹੀਨੇ ਕਿ ਤੱਕ ਦਵਾਈ ਲੈ ਕੇ ਪ੍ਰੋਪਰ ਇਹਨੇ ਖਾ ਲਈ ਇਹਨੇ ਆਪ ਖਾਣ ਲੱਗ ਜਾਣਾ।
ਡੇਟ ਹੋ ਗਈ ਤਾਂ ਉਹਨਾਂ ਆ ਦਵਾਈ ਵਿੱਚ ਬੰਦਾ ਹੀ ਤੋਂ ਹਾਲਾਤ ਇਦਾਂ ਤਾਂ ਹੀ ਉਹ ਬਾਲੀ ਪ੍ਰੋਬਲਮ ਇੱਕ ਦੋ ਪੇਸ਼ੈਂਟ ਹੋਰ ਨਵੇਂ ਜੁੜੇ ਜੀ ਮੈਂ ਹੱਦੋਂ ਹਾਂ ਹਾਂ ਲੈ ਵੀਰੇ ਕੋਈ ਗੱਲ ਨਹੀਂ ਜਦੋਂ ਮਰਜ਼ੀ ਬਹੁਤ ਚੰਗੀ ਗੱਲ ਉਹ ਵੀ ਦੂਜੇ ਡੀਐਮਸੀ ਸੀਗੇ ਮੁੰਡਾ ਵਾ ਤੁਹਾਡੇ 12 ਸਾਲ ਦਾ ਮਸਲਾ ਹੋਊਗਾ 3 ਦਿਨ ਹੋ ਸੀ ਰਿਹਾ ਉਹ ਵੀ ਹੁਣ ਪਿੰਡ ਚ ਮੜਿਆਣੀ ਚ ਨਹੀਂ ਕੋਈ ਨਾ ਤੂੰ ਬੁਲਾ ਲੈਣਾ ਫੋਨ ਤੇ ਗੱਲ ਕਰ ਲਈ ਹਾਂ ਅੰਗਰੇਜ਼ ਇਹ ਬੇਬੇ ਆ ਬੋਰ ਤੋਂ ਲੈ ਕੇ ਆਉਂਦੇ ਨੇ ਆਪਣੇ ਪੁੱਤ ਨੂੰ ਪਿਛਲੇ ਕਰੀਬ 2-2.5 ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਹੀ ਦਵਾਈ ਲੈਂਦੇ ਸੀ ਵਿੱਚ ਬੰਦ ਹੋ ਜਾਂਦੀ ਹੈ ਦਵਾਈ ਲੈਣੀ ਕਿਰਾਇਆ ਕਰੂਆ ਨਹੀਂ ਹੁੰਦਾ ਗਰੀਬੀ ਵੀ ਘਰ ਦੇ ਵਿੱਚ ਤੇ ਬਜ਼ੁਰਗ ਪਰਿਵਾਰ ਆ ਇਹ ਮਾਤਾ ਵੀ ਬਾਪੂ ਵੀ ਦੋਨੇ ਬਜ਼ੁਰਗ ਆ ਮੁੰਡਾ ਘਰੇ ਤੰਗ ਪਰੇਸ਼ਾਨ ਕਰਦਾ ਕੁੱਟਮਾਰ ਕਰਦਾ ਇਹਦੇ ਨਾਲ ਫਿਰ ਇਹਦੇ ਵੱਡੇ ਭਰਾ ਉਹ ਕੁੱਟਮਾਰ ਕਰਦੇ ਆ ਯਾਨੀ ਕਿ ਇਦਾਂ ਦੇ ਹਾਲਾਤ ਨੇ ਮਾਰ ਕੇ ਸਾਰੇ ਕੁੱਟਦੇ ਆ ਇੱਕ ਨਹੀਂ ਕੁੱਟਦਾ ਨੂੰ ਵੀ ਕੁੱਟਦੀ ਪੋਤਰੀਆਂ ਕੁੱਟਦੀਆਂ ਨੇ ਨਿੱਕੀਆਂ ਨਿੱਕੀਆਂ ਨੇ ਨਾਲੇ ਉਹ ਵੀ ਟੋਟੀਆਂ ਮਾਰਦੀਆਂ ਨੇ ਜਾਨਵਰਾਂ ਵਾਂਗ ਕੁੱਟਦੇ ਇਹ ਮੈਨੂੰ ਉਹਨਾਂ ਮਾਰਦਾ ਪੁੱਤ ਇੰਨਾ ਮਾਰਦਾ ਆ ਮੇਰੇ ਸਾਡੇ ਗਵਾਂਢ ਨਾਲ ਮਿਸਤਰੀ ਲੱਗੇ ਸੀ ਉਹਨਾਂ ਵਿਚਾਰਿਆਂ ਕੰਧ ਟੱਪ ਕੇ ਮੈਨੂੰ ਛਡਾਇਆ ਨਹੀਂ ਮੈਨੂੰ ਮਾਰ ਦਿੰਦਾ ਡਿੱਲ ਹੀ ਜਾਂਦਾ ਤੇਰੇ ਕੱਢਣੇ ਆ ਅੱਖਾਂ ਕੱਢ ਲਈ ਗੈਸ ਤੇ ਸੁੱਟ ਦਿੰਦਾ ਬੁਰਾ ਹਾਲ ਕਰਦਾ ਮੇਰਾ ਛੱਡਣ ਤੋਂ ਪੁੱਤ ਸਰਥੇ ਰੱਖਦੇ ਨੇ 4000 ਮਹੀਨਾ ਰਹਿੰਦੇ ਆ ਨਾਲੇ ਮੇਰਾ ਆਪਣਾ ਸ਼ਹਿਰ ਹੈ ਮੇਰੇ ਪੇਕੇ ਨੇ ਸਰਥੇ ਸਾਰੇ ਮੇਰੇ ਭੈਣਾ ਭਰਾ ਸਰਥੇ ਨੇ ਗੱਲ ਇਹ ਵੀ ਮੈਂ ਗਰੀਬੀ ਕਰ ਚੁੱਕਿਆ ਮੈਥੋਂ ਸਾਰਾ ਪਤਾ ਕੀਤਾ ਮੁੰਡਿਆਂ ਨੇ 4000 ਮਹੀਨਾ ਸਾਰਾ ਕੁਝ ਹੁੰਦਾ ਪਰ ਮੈਂ ਦੇਵਾਂ ਕਿੱਥੋਂ ਗਰੀਬਣੀ ਕਿੰਨੇ ਬੱਚੇ ਮਾਂ ਤੇਰੇ ਮੇਰੇ 3 ਬੱਚੇ ਇਹ ਤੋਂ ਵੱਡੇ ਆ 2 ਵੱਡੇ ਨੇ ਮੁੰਡੇ ਉਹ ਵੀ ਨਹੀਂ ਸਾਂਭਦੇ ਨੂੰ ਉਹ ਵਿਚਾਰੇ ਕੀ ਕਰਨਾ ਆਪੋ ਆਪਦੇ ਕੰਮਾਂ ਵਾਲੇ ਪੁੱਤ ਇੱਕ ਤਾਂ ਮਿਸਤਰੀ ਨਾਲ ਦਿਹਾੜੀ ਤੇ ਜਾਂਦਾ ਹੀ ਕਦੀ ਕਿੰਨੂ ਮੰਡੀ ਤੇ ਕਦੀ ਮਿਸਤਰੀ ਨਾਲ ਹੁਣ ਕਿੰਨੂ ਚੱਲ ਪਿਆ ਕਿੰਨੂ ਮੰਡੀ ਜਾਏਗਾ ਇੱਕ ਵਿਚਾਰਾ 6000 ਤਨਖਾਹ ਲੈਂਦਾ ਹੈ ਤੇ ਉਹ ਆਪਦੇ ਉਹਦੇ 2 ਗੁੱਡੀਆਂ ਨੇ ਉਹ ਆਪਦਾ ਘਰ ਚਲਾਉਂਦਾ ਹੈ ਤੇ ਬਾਪੂ ਹੁਣ ਭਰਾ ਨਾਲ ਲੱਗਾ ਟਰੈਕਟਰ ਤੇ 5000 ਮਹੀਨਾ ਤੇ 4 ਦੇ ਦੇ 5 ਦੇ ਦੇ ਉਹਨਾਂ ਦਾ ਕੰਮ ਕਰਨ ਦਾ ਉਮਰ ਨਹੀਂ ਹੁੰਦਾ ਨਹੀਂ ਕਦੀ ਕਿਸੇ ਭਰਾ ਨਾਲ ਜਾਂਦਾ ਦਿਹਾੜੀ ਤੇ ਕਦੀ ਕਿਸੇ ਭਰਾ ਨਾਲ ਦੇਖੋ ਬੇਬੇ ਦਵਾਈ ਇਹਦੀ ਤੁਸੀਂ ਬੰਦ ਨਾ ਕਰੋ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਰੋਣਾ ਮੇਰੀ ਮਾਂ ਰੋਣਾ ਅਸੀਂ ਤੇਰੀ ਜ਼ਰੂਰ ਮਦਦ ਕਰਾਂਗੇ ਇਹਨੂੰ ਮਰੀਜ਼ ਨੂੰ ਆਪਾਂ ਇੱਕ ਵਾਰੀ ਦੁਬਾਰਾ ਉਵੇਂ ਠੀਕ ਕਰਾਂਗੇ ਹੁਣ ਦਵਾਈ ਨਾ ਬੰਦ ਕਰੀ ਕਿਰਾਇਆ ਜੇ ਨਹੀਂ ਵੀ ਹੁੰਦਾ ਤੇਰੇ ਕੋਲ ਅਸੀਂ ਦੇ ਦਾਂਗੇ ਕਿਰਾਇਆ ਤੈਨੂੰ ਠੀਕ ਆ ਪਰ ਦਵਾਈ ਨਹੀਂ ਇਹਦੇ ਨਾਲ ਪੈਣਾ ਚਾਹੀਦਾ ਦੇਖੋ ਕਿੰਨਾ ਠੀਕ ਹੋ ਗਿਆ ਠੀਕ ਆ ਹੁਣ ਫੇਰ ਉਹੀ ਹਾਲਾਤ ਹੋ ਗਏ ਕਿੰਨਾ 3-4 ਮਹੀਨੇ ਦਵਾਈ ਲਈ ਨਹੀਂ ਕਿੰਨੇ ਮਹੀਨੇ ਹੋਏ ਦਵਾਈ ਨਹੀਂ ਲਈ ਨਹੀਂ ਹੁੰਦੇ ਦਵਾਈ ਕਿੱਥੋਂ ਨਹੀਂ ਹੁਣ ਤਾਂ ਕਾਫੀ ਟਾਈਮ ਹੋ ਗਿਆ ਆਈ ਨਹੀਂ ਦਵਾਈ ਤੇ ਮੈਂ ਕਰਦਾ ਰਿਹਾ ਦਵਾਈ ਨਹੀਂ ਛੱਡੀ ਅਸੀਂ ਦਵਾਈ ਤੇ ਆਪ ਆ ਕੇ ਜਾਂਦੇ ਰਹਿੰਦੇ ਲਾਕਡਾਊਨ ਚ ਵੀ ਹੁੰਦੇ ਰਹਿੰਦੇ ਦਵਾਈ ਦੇ ਲਾਕਡਾਊਨ ਦੇ ਵਿੱਚ ਵੀ ਨਹੀਂ ਆਈ ਮੇਰਾ ਸਰੀਰ ਰਹਿ ਗਿਆ ਪੁੱਤ ਕੋਈ ਨਾ ਮਾਂ ਕੋਈ ਨਾ ਆਪਾਂ ਕਰਦੇ ਆ ਗੱਲ ਹੁਣ ਅੱਜ ਮੇਰਾ ਇੰਨਾ ਬੀਪੀ ਹਾਈ ਅੰਗਰੇਜ਼ ਹਾਂ ਅੱਛਾ ਪੁੱਤ ਜਿਹੜਾ ਤੁਹਾਨੂੰ ਹਸਪਤਾਲ ਤੋਂ ਦਵਾਈਆਂ ਲੈ ਕੇ ਕਹਿੰਦੇ ਗੋਲੀ ਮਿਲਦੇ ਇਹ ਐਸਾ ਮਖਾ ਤਾਂ ਪਰਚੀ ਦਿਖਾ ਦਿਓ ਕੋਈ ਨਾ ਅਸੀਂ ਪਤਾ ਕਰ ਦਿੰਦੇ ਪਰਚੀ ਦਿਖਾ ਦਿਓ ਇਦਾਂ ਮਾਵਾਂ ਦੇ ਸਾਹਮਣੇ ਜਦੋਂ ਚਾਹੇ ਉਹਦਾ ਪੁੱਤ ਦਿਮਾਗੀ ਠੀਕ ਨਹੀਂ ਹੈਗਾ ਪਰ ਜਦੋਂ ਉਹਨੂੰ ਕੋਈ ਕੁੱਟਦਾ ਮਾਂ ਨੂੰ ਤਾਂ ਦੁੱਖ ਉਨਾ ਹੀ ਲੱਗਦਾ ਮਾਂ ਦਾ ਤਾਂ ਕਰਜ਼ਾ ਉਨਾ ਹੀ ਮੱਚਦਾ ਜਦੋਂ ਚਾਹੇ ਉਹ ਚੰਗਾ ਭਲਾ ਵਾ ਚਾਹੇ ਉਹ ਨਹੀਂ ਠੀਕ ਹੈਗਾ ਹਾਂਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੈ ਜੀ ਫਰਕ ਹਾਂ ਬਾਈ ਕਿਵੇਂ ਆ ਇਹ ਬਾਈ ਪਹਿਲੀ ਵਾਰ ਜਦੋਂ ਆਏ ਸੀ ਸਾਡੇ ਕੋਲੇ ਸ਼ਾਇਦ ਤੁਸੀਂ ਪੋਸਟਾਂ ਦੇਖੀਆਂ ਹੋਣਗੀਆਂ ਬਹੁਤ ਮਾੜੇ ਹਾਲਾਤ ਸੀ ਭੱਜਦਾ ਸੀ 4-4 ਜਾਣੇ ਨੂੰ ਫੜ ਕੇ ਰੱਖਦੇ ਸੀ ਕੱਪੜੇ ਖਿੱਚਦਾ ਸੀ ਕਿਤੇ ਕੁਛ ਕਰਦਾ ਸੀ ਤੇ ਅੱਜ ਇਹ ਸ਼ਾਂਤ ਬੈਠਾ ਬਾਈ ਠੀਕ ਆ ਇਹ ਕੀ ਹੋਇਆ ਸੀ ਇਹਨਾਂ ਨੂੰ ਭੈਣੇ ਕਿੱਥੇ ਗਏ ਬਾਹਰ ਗਏ ਸੀ ਮਲੇਸ਼ੀਆ 'ਚ ਗਿਆ ਸੀ ਵੀਰ ਉੱਥੇ ਗਿਆ ਬਿਮਾਰ ਹੋ ਗਿਆ ਸੀ ਤੇ ਉੱਥੋਂ ਇਹਨਾਂ ਹਾਲਾਤਾਂ 'ਚ ਵਾਪਸ ਮੁੜਿਆ ਹੁਣ ਅੱਗੇ ਨੂੰ ਬਹੁਤ ਫਰਕ ਆ ਤੇ ਮਾਤਾ ਜੀ ਕਿਵੇਂ ਹੋ ਠੀਕ ਹੋ ਦਵਾਈ ਚੱਲਦੀ ਹੈ ਭੈਣੇ ਠੀਕ ਹੈ ਸਾਰੇ ਹਾਂਜੀ ਬਾਪੂ ਠੀਕ ਹੋ ਸਾਰੇ ਠੀਕ ਹੈ ਬਾਈ ਬਾਪੂ ਕਿਵੇਂ ਹੀਰਾ ਪੁੱਤ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਵੀਰੇ ਕਿਵੇਂ ਠੀਕ ਹੈ ਭੈਣ ਤੁਸੀਂ ਠੀਕ ਆ ਦਵਾਈ ਚੱਲਦੀ ਹੈ ਲੈ ਕੇ ਨਹੀਂ ਆਏ ਉਹਨੂੰ ਨਾਲ ਅਗਲੀ ਵਾਰੀ ਲੈ ਕੇ ਆਏ ਜ਼ਰੂਰ ਉਹਨੂੰ ਮਾਰ ਕੇ ਲੈ ਕੇ ਜਾਏ ਠੀਕ ਹੈ ਠੀਕ ਬਾਪੂ ਬੈਠੋ ਕੋਈ ਠੀਕ ਆ ਬਾਪੂ ਜੀ ਬਾਪੂ ਬਹਿ ਕੋਈ ਨਾ ਇੰਦਰ ਵੀ ਠੀਕ ਆ ਬਾਪੂ ਜੀ ਅੱਖ ਦਾ ਆਪਰੇਸ਼ਨ ਕਰਾਉਣਾ ਆ ਬਾਪੂ ਅਗਲੇ ਮਹੀਨੇ ਆਪਾਂ ਕੈਂਪ ਲਾਉਣਾ ਅੱਖਾਂ ਦਾ ਵੀ ਕਰਾ ਦਾਂਗੇ ਅਗਲੇ ਮਹੀਨੇ ਬਾਪੂ ਕਿਸਾਨ ਯੂਨੀਅਨ ਕਿਹੜਾ ਬਾਪੂ ਇਹ ਹੈਗਾ ਆਪਣੇ ਭਾਰਤੀ ਕਿਸਾਨ ਯੂਨੀਅਨ ਅੱਗੇ ਤਾਂ ਭਾਰਤ ਵਿਕਾਸ ਸੰਗਠਨ ਹੁਣ ਇਹ ਹੈਗਾ ਆਪਣੇ ਕਾਦੀਆਂ ਕਾਦੀਆਂ
देखो बजुर्ग आ, बापू का एक बेटा मेंटली ठीक नहीं, बहुत सालों तो पिछले करीब 2-2.5 सालों तो साडे कोल बापू दवाई लैन आउंदे ने अपने बेटे नूं लैके मंदबुद्धि नूं। पर आ किसान जथेबंदियां दे विच इदां दे मैंबर ने सीनियर, देखो बापू ने घर दे विच इन्ने हालात खराब होने के बावजूद भी अपना फर्ज अदा करते हैं। अपने तो हुण धरने दिते जा रहे हैं लोग, हुण इदां दे बैच लाई फिरदे ने। बापू बहुत शुरू तो ਜਦੋਂ ਤੋਂ ਸਾਡੇ ਕੋਲ ਆਉਂਦਾ बैच पक्का ही लग्या ਹੁੰਦਾ है, यानी कि भारतीय किसान यूनियन का मैंबर है बापू। पर घर की तकलीफ नूं भी भुल के पंजाब की होंद लई पंजाब की वो लड़ाई लड़ रहे हैं। ਇਹਦਾ ਮੂੰਹ ਇਧਰ ਨੂੰ ਘੁਮਾ ਲਓ ਕਾਕਾ। ਤੇ ਪਰ ਫਿਰ ਵੀ ਇਹ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਨੇ। ਅੱਜ ਸਾਡੇ ਕੋਲ ਇੱਕ ਪਰਿਵਾਰ ਆਇਆ ਜੀ। ਆ ਪਰਿਵਾਰ ਦੇ ਵਿੱਚ ਇਹਨਾਂ ਦੇ ਬੱਚੇ ਆ ਜੀ, ਇਹ 5 ਬੱਚੇ ਆ। ਇੱਕ ਇਹ ਜਿਹੜਾ ਕੀ ਨਾਂ ਇਹਦਾ, ਕਸ਼ਿਸ਼ ਲੜਕੀ ਆ, ਇਹਦਾ ਨਾਂ ਹੈਗਾ ਰੀਆ। ਇਹਦਾ ਬੇਟਾ ਵਾ, ਇਹਦਾ ਨਾਂ ਹੈਗਾ ਬਿਆਨ, ਇਸਕਾ ਗੋਲੀ। ਔਰ ਇਹ ਕੁੜੀ ਆ ਨਿੱਕੀ ਜੀ, ਇਹਦਾ ਨਾਂ ਹੈਗਾ ਮੀਰਾ। ਇਹਦਾ ਨਾਂ ਵੀ ਇੱਥੇ ਆ ਕੇ ਗੱਲ ਕਲੀਅਰ ਕੀਤੀ। ਇਹਦੇ ਬਾਪ ਨੂੰ ਨਾਮ ਵੀ ਨਹੀਂ ਸੀ ਪਤਾ ਵਿਚਾਰੇ ਨੂੰ, ਕਹਿੰਦਾ ਨਾਂ ਰੱਖਿਆ ਨਹੀਂ ਹਜੇ। ਇਹਨਾਂ ਨੇ ਸਕਿਨ ਦੀ ਪ੍ਰੋਬਲਮ ਆਈ ਹੈ। ਦੇਖੋ ਸਾਰੇ ਬੱਚੇ ਖਾਜ ਕਰੀ ਜਾਂਦੇ ਬੈਠੇ। ਆਹ ਬੱਚੇ ਦੇ ਦੇਖੋ ਹੱਥ ਕਿਵੇਂ ਸਾਰੇ ਗਲੇ ਪਏ ਆ, ਸਾਡੇ ਹੱਥਾਂ ਦੇ ਉੱਤੇ ਕਿੱਡੀਆਂ ਕਿੱਡੀਆਂ, ਪੈਰਾਂ ਦੇ ਉੱਪਰ ਕਿੱਡੀਆਂ ਕਿੱਡੀਆਂ ਫੈਂਸੀਆਂ ਕਿਵੇਂ ਜ਼ਖਮ ਹੋਏ ਹੋਏ ਆ, ਹਨਾ। ਤੇ ਇਹ ਬੰਦਾ ਸ਼ਾਮਲੀ ਤੋਂ ਆਇਆ, ਯੂਪੀ ਤੋਂ ਪੰਜਾਬ ਦੇ ਵਿੱਚ ਭੱਠਾ ਮਜ਼ਦੂਰੀ ਕਰਨ। ਭੱਠੇ ਦੇ ਉੱਤੇ ਇਹ ਮਜ਼ਦੂਰ ਆ ਵੀਰ। 5 ਬੱਚੇ ਆ ਨਿੱਕੇ ਨਿੱਕੇ, 1.5 ਮਹੀਨਾ ਹੋ ਗਿਆ ਇਹਨੂੰ ਇੱਥੇ ਆਏ ਨੂੰ। ਭੱਠੇ ਦੇ ਉੱਤੇ ਅਕਸਰ ਅਸੀਂ ਦੇਖਦੇ ਆ ਜਿਹੜੇ ਭੱਠੇ ਦੇ ਉੱਤੇ ਇੱਟਾਂ ਪੱਥਦੇ ਹੁੰਦੇ ਆ, ਉਹਨਾਂ ਨੇ ਨਿੱਕੇ ਨਿੱਕੇ ਟੀਨਾਂ ਪਾ ਕੇ ਉੱਤੇ ਖੁੱਡੇ ਜਿਹੇ ਬਣਾਏ ਹੁੰਦੇ ਆ, ਉਹਦੇ ਵਿੱਚ ਹੀ ਉਹ ਸੌਂਦੇ ਨੇ। ਇਹ ਭੱਠਾ ਮਜ਼ਦੂਰੀ ਜਿਹੜੀ ਕਰਨ ਵਾਲੀ ਇੱਕ ਪੂਰੀ ਪਾਰਟੀ ਇਹਨਾਂ ਨੂੰ ਠੇਕੇਦਾਰੀ ਸਿਸਟਮ ਚਲਾਉਂਦਾ। ਇਹਨਾਂ ਨੂੰ ਯੂਪੀ ਬਿਹਾਰ ਤੋਂ ਠੇਕੇਦਾਰ ਲੈ ਆਉਂਦੇ ਨੇ ਘੱਟ ਰੇਟਾਂ ਤੇ, ਇੱਥੇ ਦੇ ਆ ਕੇ ਇਹਨਾਂ ਤੋਂ ਕੰਮ ਕਰਾਉਂਦੇ ਨੇ। ਬੱਚੇ ਵੀ ਨਿੱਕੇ ਨਿੱਕੇ ਨਾਲ ਇੱਟਾਂ ਪਥਾਉਂਦੇ ਨੇ। ਪਰ ਇਹਨਾਂ ਨੂੰ ਜਦੋਂ ਬਿਮਾਰੀ ਲੱਗ ਜਾਂਦੀ ਹੈ, ਹੁਣ ਬੱਚਿਆਂ ਨੂੰ ਸਕਿਨ ਦੀ ਪ੍ਰੋਬਲਮ ਆ ਗਈ ਇੱਥੇ ਕੰਮ ਕਰਦਿਆਂ ਦੀ। ਆ ਨਿੱਕੇ ਜੀ ਬੱਚੀ ਹੈ ਜਿਹੜੀ ਆ ਮੀਰਾ, ਇਹਦੇ ਹੱਥ ਆ ਦੇਖੋ ਕਿਵੇਂ ਗਲੇ ਪਏ ਨੇ, ਪੂਰੇ ਹੱਥ ਦੇਖੋ, ਆ ਸਾਰੇ ਹੱਥਾਂ ਦੇ ਉੱਪਰ, ਪੈਰਾਂ ਦੇ ਉੱਪਰ, ਆ ਲੱਤਾਂ ਦੇਖੋ ਕਿੱਦਾਂ ਗਲੀਆਂ ਹੋਈਆਂ। ਨਿੱਕੀ ਨਿੱਕੀ ਇਹ ਬੱਚੀ ਦੇ ਆ ਦੇਖੋ ਪੈਰ, ਆ ਪੂਰੇ ਪੈਰ ਗਲੇ ਪਏ ਨੇ, ਉੱਪਰ ਪੈਰਾਂ ਦੇ ਥੱਲੇ ਢੂਈ ਤੇ ਪਿੱਛੇ ਢਿੱਡ ਦੇ ਵਿੱਚ ਆ ਦੇਖੋ ਕਿੱਦਾਂ ਸਾਰੇ ਫੈਂਸੀਆਂ ਹੀ ਫੈਂਸੀਆਂ ਹੋਈਆਂ ਪਈਆਂ। ਇਹਨੂੰ ਇੰਨਾ ਮੋਟੇ ਕੰਬਲ 'ਚ ਨਾ ਲਪੇਟ, ਹੁਣ ਇੰਨੀ ਗਰਮੀ ਇੰਨੀ ਠੰਡ ਨਹੀਂ ਹੈਗੀ ਹਜੇ। ਆ ਦੇਖੋ ਪੂਰੀ ਬੈਕ ਸਾਰੀ, ਸਿਰ ਦੇ ਵਿੱਚ ਵੀ ਆ। ਇਹਦੇ ਆਪਦੇ ਇਹਨਾਂ ਦੀ, ਇਹਦੀ ਮੰਮੀ ਹੈ ਜਿਹੜੀ, ਇਹ ਭੈਣ ਦੇ ਆਪਦੀ ਬੋਡੀ ਦੇ ਉੱਤੇ ਬਹੁਤ ਇਦਾਂ ਦੇ ਜ਼ਖਮ ਆ। ਇਦਾਂ ਹੀ ਆ ਸਾਰੇ ਬੱਚਿਆਂ ਦੇ। ਇਹ ਮਤਲਬ ਪਤਾ ਹੀ ਨਹੀਂ ਲੱਗਦਾ ਮੁੰਡਾ ਕਿਹੜਾ ਕੁੜੀ ਕਿਹੜੀ ਆ। ਵਾਲ ਕਟਾਏ ਹੋਏ, ਕਿਉਂਕਿ ਇੱਕ ਤਾਂ ਗਰੀਬੀ ਕਰਕੇ, ਇੱਕ ਉੱਪਰੋਂ ਜਿੱਥੇ ਕੰਮ ਕਰਦੇ ਨੇ, ਮਜ਼ਦੂਰੀ ਕਰਦੇ ਨੇ, ਭੱਠਾ ਜਿੱਥੇ ਇੱਟਾਂ ਪੱਥਦੇ ਨੇ, ਉੱਥੇ ਨਾ ਰਹਿਣ ਨੂੰ ਜਗ੍ਹਾ, ਨਾ ਬਹਿਣ ਨੂੰ ਜਗ੍ਹਾ, ਨਾ ਇਹਨਾਂ ਕੋਲੇ ਵਿਚਾਰਿਆਂ ਕੋਲੇ ਇੰਨਾ ਸਮਾਂ ਵਾ ਵੀ ਇਹ ਆਪਣੇ ਬੱਚਿਆਂ ਦੇ ਸਿਰ ਬਾਹੁਣ ਗੁੱਤਾਂ ਕਰਨ। ਮਜ਼ਦੂਰੀ ਕਰਨ ਲਈ ਉੱਥੋਂ ਯੂਪੀ ਤੋਂ ਇੱਥੇ ਆਏ ਨੇ। ਟਾਰਗੇਟ ਆ, ਠੇਕੇਦਾਰਾਂ ਨਾਲ ਗੱਲ ਕੀਤੀ ਹੋਈ ਆ ਵੀ ਇੰਨੀਆਂ ਇੱਟਾਂ ਪੱਥਣੀਆਂ ਵਾ, ਸਵੇਰ ਤੋਂ ਸ਼ਾਮ ਤੱਕ ਮਸ਼ੀਨਾਂ ਵਾਂਗ ਕੰਮ ਲਿਆ ਜਾਂਦਾ ਇਹਨਾਂ ਤੋਂ। ਪਰ ਇਹਨਾਂ ਦਾ ਲਿਵਿੰਗ ਸਟੈਂਡਰਡ ਆ, ਇਹਨਾਂ ਦਾ ਇਲਾਜ ਆ, ਇਹਨਾਂ ਦੀ ਜਿਹੜੀ ਜ਼ਰੂਰੀ ਸੁਵਿਧਾਵਾਂ ਹੈਲਥ ਦੇ ਨਾਲ ਰਿਲੇਟਡ ਜਿਹੜੀਆਂ, ਉਹਨਾਂ ਨੂੰ ਕੋਈ ਨਹੀਂ ਦੇਖਦਾ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਇਹਨਾਂ ਦੇ ਘਰ ਦੇ ਵਿੱਚ ਬਿਮਾਰੀ ਇਹ ਨਹੀਂ ਵੀ ਇਹਨਾਂ ਦੇ ਖਾਜ ਪੈ ਗਈ ਆ, ਘਰ ਦੇ ਵਿੱਚ ਇਹਨਾਂ ਦੀ ਬਿਮਾਰੀ ਇਹ ਆ ਵੀ ਇਹ ਗਰੀਬ ਆ। ਬਿਮਾਰੀ ਸਭ ਤੋਂ ਵੱਡੀ ਗਰੀਬੀ ਆ, ਨਾ ਕਿ ਸਕਿਨ ਦੀ ਪ੍ਰੋਬਲਮ ਆ। ਅੱਜ ਅਸੀਂ ਹੁਣ ਡਾਕਟਰ ਕੋਲੇ ਭੇਜਿਆ ਸੀ, ਡਾਕਟਰ ਸਾਹਿਬ ਨੇ ਚੈੱਕਅਪ ਕੀਤਾ, ਇਹਨਾਂ ਨੂੰ ਸਾਰਿਆਂ ਨੂੰ ਦਵਾਈ ਆ। ਤੇ ਸਾਨੂੰ ਇਦਾਂ ਸੀਗਾ ਵੀ ਟੈਸਟ ਹੋ ਜਾਣਗੇ, ਇੱਕ ਵਾਰੀ ਪਤਾ ਲੱਗ ਜੂ ਕੀ ਦਿੱਕਤ ਆ, ਟੈਸਟ ਵਗੈਰਾ ਹੋ ਜਾਣਗੇ, ਰਿਪੋਰਟਾਂ ਆ ਜਾਣਗੀਆਂ, ਇਹਨਾਂ ਦਾ ਇਲਾਜ ਅਸੀਂ ਕਰਾ ਰਹੇ ਹਾਂ। ਤੁਹਾਡੇ ਸਾਹਮਣੇ ਲੈ ਕੇ ਆਉਣ ਦਾ ਇਹਨਾਂ ਨੂੰ ਇੱਕੋ ਹੀ ਕਾਰਨ ਸੀ, ਘੱਟੋ ਘੱਟ ਆਪਾਂ ਅਵੇਅਰ ਹੋ ਸਕੀਏ, ਆਪਾਂ ਨੂੰ ਪਤਾ ਲੱਗ ਸਕੇ। ਤੁਹਾਡੇ ਆਸ-ਪਾਸ ਵੀ ਭੱਠੇ ਦੇ ਉੱਤੇ ਬਹੁਤ ਇਦਾਂ ਦੇ ਨਿੱਕੇ ਨਿੱਕੇ ਬੱਚੇ ਆਪਣੇ ਮਾਂ-ਬਾਪ ਦੇ ਨਾਲ ਇੱਟਾਂ ਪਥਾਉਂਦੇ ਦੇਖਦੇ ਆ ਤੁਸੀਂ ਅਕਸਰ। ਇਦਾਂ ਦੇ ਨਿੱਕੇ ਨਿੱਕੇ ਬੱਚੇ ਆਪਣੇ ਮਾਂ-ਬਾਪ ਦੇ ਨਾਲ ਬਰਾਬਰ ਕੰਮ ਕਰਦੇ ਦੇਖਦੇ ਆ ਆਪਾਂ। ਪਰ ਉਹਨਾਂ ਦੀ ਜਿਹੜੀ ਪ੍ਰੋਬਲਮ ਆ, ਉਹਨਾਂ ਦੀ ਤਕਲੀਫ ਨੂੰ ਨਹੀਂ ਅਸੀਂ ਦੇਖ ਪਾਉਂਦੇ, ਉਹਨਾਂ ਦੀ ਦੁੱਖ ਨੂੰ ਨਹੀਂ ਅਸੀਂ ਸਮਝ ਪਾਉਂਦੇ। ਦੇਖੋ ਕਿਵੇਂ ਬੱਚੇ ਖਾਜ ਹੀ ਕਰੀ ਜਾਂਦੇ, ਪਿੰਡਾਂ ਵੱਢੀ ਜਾਂਦੇ ਸਾਰੇ, ਕਿਸੇ ਦੇ ਲੱਤ ਤੇ, ਕਿਸੇ ਦੇ ਪੈਰ ਤੇ ਆ, ਕਿਸੇ ਦੇ ਢਿੱਡ ਤੇ ਆ, ਕਿਸੇ ਦੇ ਮੂੰਹ ਤੇ ਆ, ਕਿਸੇ ਦੇ ਹੱਥਾਂ ਦੇ ਉੱਤੇ ਆ। ਹੱਥ ਆ ਦੇਖੋ ਬੱਚੀ ਦੇ ਹੱਥ ਗਲੇ ਪਏ ਨੇ ਜਮਾਂ ਹੀ, ਇਹਦੇ ਦੇਖੋ ਸਾਰੇ। ਉਹ ਭੱਠੇ ਮਾਲਕ ਜਿਹੜੇ ਇਹਨਾਂ ਦੇ, ਜਿਹਨਾਂ ਤੋਂ ਇਹਨਾਂ ਦੇ
ਇੱਟਾਂ ਬਣਾ ਰਹੇ ਨੇ ਜਿਨ੍ਹਾਂ ਦੀਆਂ, ਉਹਨਾਂ ਨੂੰ ਕੋਈ ਫਰਕ ਨਹੀਂ। ਉਹਨਾਂ ਨੂੰ ਮਤਲਬ ਇਹ ਆ ਵੀ ਇਸ ਸੀਜ਼ਨ ਦੇ ਵਿੱਚ ਕਿੰਨੀਆਂ ਇੱਟਾਂ ਬਣਾਉਣਗੇ ਵੱਧ ਤੋਂ ਵੱਧ, ਉਹਨਾਂ ਨੂੰ ਤਾਂ ਇਹਦਾ ਮਤਲਬ ਹੈ ਇਹਦੇ ਤੱਕ ਵੀ ਜਿੰਨੀਆਂ ਵੱਧ ਤੋਂ ਵੱਧ ਇੱਟਾਂ ਬਣਨਗੀਆਂ ਉਹਨਾਂ ਪ੍ਰੋਫਿਟ ਵਧੂਗਾ ਸਾਡਾ। ਉਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਨਾਲ, ਇਹਨਾਂ ਦੀ ਤਕਲੀਫ ਨਾਲ ਕੋਈ ਮਤਲਬ ਨਹੀਂ। ਇਹੋ ਜਿਹਾ ਪੈਸਾ ਕਮਾ ਕੇ ਕਿੱਥੇ ਜਾਣਗੇ ਉਹ, ਜੇ ਇਹਨਾਂ ਦੇ ਬੱਚੇ ਨੂੰ ਕਿਸੇ ਨੂੰ ਕੁਝ ਹੋ ਜਾਵੇ। ਕਿੱਡਾ ਵੱਡਾ ਪਾਪ ਆ ਉਹ, ਕਿੱਡਾ ਵੱਡਾ ਪਾਪ ਆ ਉਹ। ਆ ਬੱਚੇ ਨਿੱਕੇ ਨਿੱਕੇ, ਅੱਜ ਜਦੋਂ ਸਵੇਰੇ ਆਏ ਅਸੀਂ ਇਹਨੂੰ ਪੁੱਛਿਆ ਨਾਂ ਕੀ ਹੈ ਇਹਦਾ ਬੱਚੀ ਦਾ, ਇਹਦੇ ਫਾਦਰ ਸਾਹਿਬ ਨੂੰ ਵਿਚਾਰੇ ਨੂੰ ਪਤਾ ਨਹੀਂ, ਕਹਿੰਦਾ ਨਾਂ ਰੱਖਿਆ ਨਹੀਂ ਹਜੇ। ਤਾਂ ਉਹਦੀ ਮਾਮੀ ਨੇ ਕਿਹਾ, ਕਹਿੰਦੀ ਨਹੀਂ ਮੀਰਾ ਨਾਮ ਆ, ਯਾਨੀ ਕਿ ਨਾਮਕਰਨ ਵੀ ਨਹੀਂ ਹੋਇਆ ਬੱਚਿਆਂ ਦਾ। 4 ਮਹੀਨਿਆਂ ਦੀ ਹੋ ਗਈ ਬੱਚੀ, ਪੱਠੇ ਤੇ ਇੱਟਾਂ ਪੱਥਣ ਦੇ ਵਿੱਚ ਇੰਨੇ ਵਿਚਾਰੇ ਬਿਜ਼ੀ ਨੇ, ਆਪਣੀ 4 ਮਹੀਨਿਆਂ ਦੀ ਬੱਚੀ ਦਾ ਨਾਂ ਤੱਕ ਵੀ ਨਹੀਂ ਰੱਖਿਆ। ਆਹ ਵਾ ਗਰੀਬੀ, ਇਹਨੂੰ ਕਹਿੰਦੇ ਗਰੀਬੀ ਕੀ ਆ। ਜਿਹਨੇ ਗਰੀਬੀ ਨਹੀਂ ਦੇਖੀ ਉਹ ਨਹੀਂ ਸਮਝ ਸਕਦੇ। ਸਾਡੇ ਲੀਡਰਾਂ ਨੇ ਨਾ ਉਹਨਾਂ ਦੇ ਬੱਚਿਆਂ ਨੇ ਗਰੀਬੀ ਦੇਖੀ ਹੋਈ ਨਹੀਂ, ਉਹ ਤਾਂ ਸੋਨੇ ਦੇ ਚਮਚਿਆਂ ਦੇ ਵਿੱਚ ਹੀ ਪੈਦਾ ਹੋਏ ਨੇ, ਸੋਨੇ ਦੇ ਭੰਗੂੜਿਆਂ 'ਚ ਖੇਡੇ ਨੇ। ਉਹਨਾਂ ਨੂੰ ਕੀ ਪਤਾ ਗਰੀਬੀ ਹੁੰਦੀ ਕੀ ਆ। ਅਸਲ ਗਰੀਬ ਦੇ ਆਹ ਹਾਲਾਤ ਹੋ ਜਾਂਦੇ ਨੇ ਇਦਾਂ ਹੀ। ਹਾਂਜੀ ਭੈਣੇ ਸਤਿ ਸ਼੍ਰੀ ਅਕਾਲ। ਇਹ ਬੱਚੀ ਵਾਸਤੇ ਹੁਣ ਤੁਸੀਂ ਇਹ ਬਚਪਨ ਤੋਂ ਹੀ ਇਦਾਂ ਜਨਮ ਤੋਂ ਹੀ ਪਹਿਲੀ ਵਾਰੀ ਆਏ? ਕਿਵੇਂ ਪੁੱਤ, ਕੀ ਨਾਮ ਤੇਰਾ? ਅੱਛਾ ਅਲੀਸ਼ਾ। ਕਿੰਨੇ ਸਾਲਾਂ ਦੀ ਭੈਣੇ? ਕਿੱਥੋਂ ਆਏ ਤੁਸੀਂ? ਇਹ ਜਨਮ ਸਮੇਂ ਹੋਈ ਨਹੀਂ ਸੀ ਜਾਂ ਲੇਟ ਹੋਈ? ਨਾ 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 ਜੀ, ਆਪਣੀ ਮੰਮੀ ਨੂੰ ਕੁੱਟਣਾ ਨਹੀਂ। ਇਹ ਦੇਖੋ ਭੈਣ ਵਿਚਾਰੀ ਆਪਣੇ, ਹੁਣ ਪੁੱਤ ਵੱਡਾ ਹੋਈ ਜਾ ਰਿਹਾ। ਜਦੋਂ ਸਾਡੇ ਕੋਲੇ ਆਉਣ ਲੱਗਿਆ ਸੀ ਨਿੱਕਾ ਜਿਹਾ ਸੀਗਾ, ਵੀ ਐਡਾ ਕਿ ਸੀ ਇਹਦੇ ਕਿ ਜਿੱਡਾ, ਤੇ ਹੁਣ ਉਹ ਹਾਈਟ ਵੀ ਵੱਧ ਗਈ, ਤਾਕਤਵਰ ਵੀ ਹੋ ਜਾਂਦਾ। ਉਹਦੀ ਵਿਚਾਰੀ ਮਜਬੂਰ ਮਾਂ ਆਪਣੇ ਬੱਚੇ ਨੂੰ ਪਾਲਣ ਲਈ, ਤੇ ਉਹ ਮੈਂਟਲੀ ਜਨਮ ਤੋਂ ਹੀ ਅਪਸੈਟ ਆ। ਇਦਾਂ ਹੀ ਕਰੀ ਜਾਂਦਾ। ਕੀ ਕੀ ਕਰਦਾ ਰਹਿੰਦਾ ਭੈਣੇ? ਮਾਰਦਾ ਵੀ ਇਹ, ਆਪਦਾ ਵੀ ਨੁਕਸਾਨ ਕਰਦਾ ਕੋਈ? ਮਾਰਦਾ, ਮੇਰੇ ਦੰਦ ਦੁੰਦ ਸਾਰੇ ਤੋੜੇ ਪੁੱਤਦਾ ਆ, ਟਿਕਦਾ ਹੀ ਨਹੀਂ, ਬੰਨਿਆ ਵੀ ਆ। ਬੁਰਾ ਹਾਲ ਕਰਦਾ ਮੇਰਾ। ਇਹਦੇ ਨਿਆਣਿਆਂ ਨੂੰ ਮਾਰਦਾ ਰਹਿੰਦਾ ਹੈ। ਇਹ ਕੰਮ ਤੇ ਜਾਂਦੀ, ਮੈਂ ਫਿਰ ਘਰੇ ਰੱਖਦੀ, ਮੇਰੇ ਸਾਰੇ ਬਾਲ ਆ ਦੇਖ ਓਏ ਨਾ ਪੁੱਤ। ਇੱਥੇ ਛੱਡ ਦੇਣਾ ਹੁੰਦੇ ਲੋਕਾਂ ਨੂੰ ਜ਼ਿਆਦਾ ਹੀ। ਹਾਂ ਹਾਂ ਵਧੀਆ ਜਾਣੀ ਹੈ ਤੁਹਾਨੂੰ। ਕਿਵੇਂ ਪੁੱਤ, ਕਿ ਤੁਸੀਂ ਇਹਨੂੰ ਬੰਨ ਕੇ ਰੱਖਦੇ ਹੋ? ਦੇਖੋ ਇਹ ਗਲ ਦੇ ਵਿੱਚ ਇਦਾਂ ਚੁੰਨੀ ਪਾ ਕੇ ਮੰਜੇ ਨਾਲ ਬੰਨਿਆ। ਘਰੇ ਵੀ ਇਹਨੂੰ ਭੈਣ ਬੰਨ ਕੇ ਰੱਖਦੀ ਹੈ। ਕਿੱਡੀ ਦੁੱਖ, ਕਿੱਡੀ ਤਕਲੀਫ ਹੁੰਦੀ ਹੈ ਉਸ ਮਾਂ ਨੂੰ ਛੋਟਾ ਜਿਹਾ ਜਿਹਦਾ ਪੁੱਤ ਤੇ ਚਾਦਰਾਂ ਪਾਈਆਂ ਟੀਨ ਦੀਆਂ ਵੀ ਮੈਂ ਸਾਰਾ ਦਿਨ ਲੈ ਕੇ ਬੈਠੀ ਕਰਨੀ। ਅੱਛਾ ਤੁਹਾਡਾ ਪੋਤਾ? ਛੋਟਾ ਹੁਣ ਮੈਨੂੰ ਵੀ ਨਹੀਂ ਕਰਦਾ, 900 ਹੋ ਗਿਆ, ਲਾਜ ਜੋਗੇ ਵੀ ਬਾਤ ਨਹੀਂ। ਇੱਕੋ ਹੀ ਕਮਰਾ ਨਿੱਕਾ ਜਿਹਾ ਜੋ ਕੱਢਦਾ, ਚਾਦਰਾਂ ਪਾਈਆਂ ਨੂੰ ਬੰਨ ਕੇ ਰੱਖਦੀ ਸਾਰਾ ਦਿਨ। ਕੰਮ ਤੇ ਜਾਂਦਾ। ਜੀ ਭੈਣ ਕੀ ਕੰਮ ਕਰਦੇ ਆ? ਘਰਾਂ ਦਾ ਕੰਮ, ਮੁੰਡਾ ਡਰਾਈਵਰ ਕਰਦਾ, ਕਿਸੇ ਦੀ ਗੱਡੀ ਚਲਾਉਂਦਾ। ਅੱਛਾ ਜੀ। ਅਸੀਂ ਇਹਨਾਂ ਨੂੰ ਲਿਜਾਣਾ ਨਾ ਕੁਦਰ, ਇਹਨਾਂ ਦੀ ਵੇਟ 'ਚ ਬੈਠੇ ਆ। ਅੱਛਾ ਅੱਛਾ। ਕੋਈ ਨਾ ਮਾਮੇ ਜੀ, ਵਾਹਿਗੁਰੂ ਕਿਰਪਾ ਕਰਨਗੇ। ਇਹਦੀ ਦਵਾਈ ਸਾਡੇ ਕੋਲ ਚੱਲਦੀ ਆ, ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਇਸ ਤਰ੍ਹਾਂ ਹਰ ਤਰੀਕੇ ਦੇ ਟੈਸਟ ਕਰਾਏ ਆ। ਆਪਣੀ ਦਵਾਈ ਮੇਰੀ ਚੱਲਦੀ ਸੀ, ਹੁਣ ਮੇਰੀ ਦਵਾਈ ਕੋਈ ਨਾ ਤੇਰੀ ਵੀ ਦਵਾਈ ਅਸੀਂ ਮੈਂ ਰਿਪੋਰਟਾਂ ਲੈ ਲਈਆਂ ਤੁਹਾਡੀਆਂ, ਡਾਕਟਰ ਨੂੰ ਦਿਖਾ ਕੇ ਕੋਈ ਨਾ ਤੇਰੀ ਦਵਾਈ ਸ਼ੁਰੂ ਕਰਾਵਾਂਗੇ। ਘਬਰਾ ਨਾ ਮਾਂ, ਘਬਰਾ ਨਾ। ਇਹਨਾਂ ਦਾ ਹੈ ਨਹੀਂ। ਕੋਈ ਨਾ ਮਾਂ, ਕੋਈ ਨਾ ਘਬਰਾ ਨਾ। ਸੱਚੇ ਪਾਤਸ਼ਾਹ। ਕੀ ਨਾਂ ਇਹਦਾ? ਟਿਕਦਾ ਹੀ ਨਹੀਂ। ਅੰਸ਼, ਅੰਸ਼ ਕੁਮਾਰ। ਅੰਸ਼ ਕਿਵੇਂ ਆ? ਬਸ ਇਦਾਂ ਹੀ ਕਰੀ ਜਾਂਦਾ ਜੀ ਸਾਰਾ ਦਿਨ ਇਦਾਂ ਹੀ। ਜਨਮ ਤੋਂ ਹੀ ਇਹਨੂੰ ਇਹ ਪ੍ਰੋਬਲਮ ਆ। ਤੇ ਕੀ ਇਹਨਾਂ ਦੇ ਮਾਂ-ਬਾਪ ਦੀਆਂ ਦੁੱਖ ਤੇ ਤਕਲੀਫਾਂ ਜਿਹੜੀ ਘਰਾਂ 'ਚ ਲੋਕਾਂ ਨੇ ਝਾੜੂ ਪੋਚਾ ਕਰਕੇ ਆਪਣੇ ਬੱਚਿਆਂ ਨੂੰ ਪਾਲ ਤਾਂ ਸਕਦੀ ਹੈ, ਪਰ ਇਲਾਜ ਕਿਵੇਂ ਕਰਾਵੇ, ਕਿੱਥੋਂ ਕਰਾਵੇ ਉਹ? ਇੰਨੇ ਮਹਿੰਗੇ ਟੈਸਟ ਜਿਹੜੇ ਡਾਕਟਰ ਤਾਂ ਬੈਠੇ ਬੈਠੇ ਲਿਖ ਦਿੰਦੇ ਨੇ ਜੀ। MRI ਕਰਾ ਲਓ ਜੀ, CT ਸਕੈਨ ਕਰਾ ਲਓ ਜੀ, MRI ਕੰਟਰਾਸਟ ਕਰਾ ਲਓ। ਪੈਸੇ ਕਮਾਉਣ ਦਾ ਤਰੀਕਾ, ਇੱਕ MRI ਥੋੜੀ ਜਿਹੀ ਕੰਟਰਾਸਟ ਕਰਕੇ, ਥੋੜੀ ਬ੍ਰਾਈਟ ਕਰਕੇ ਉਹਦੀ, ਇੱਕ ਘੱਟ ਬ੍ਰਾਈਟ ਕਰਕੇ, ਉਹ 8000 ਦੀ ਆ, ਦੂਜੀ 5000 ਦੀ ਆ, 6000 ਦੀ। ਇਦਾਂ ਬਸ ਪੈਸੇ ਬਣਾਉਣ ਦੇ ਤਰੀਕੇ ਡਾਕਟਰਾਂ ਨੇ ਬਣਾਏ ਹੋਏ ਨੇ। ਤੇ ਗਰੀਬ ਬੰਦੇ ਨੂੰ ਤਾਂ ਲਿਖ ਕੇ ਭੇਜ ਦੇਣਾ MRI। ਜਦੋਂ ਡਾਕਟਰ ਜਾ ਕੇ ਪੁੱਛਦੇ ਨੇ ਕਿੰਨੇ ਦੀ MRI, ਉਹ ਕਹਿੰਦੇ ਜੀ 8000 ਦੀ। ਬੰਦਾ ਉੱਥੇ ਹੀ ਮੁੜ ਆਉਂਦਾ ਵਾਪਸ, MRI ਵੀ ਨਹੀਂ ਕਰਾ ਪਾਉਂਦਾ। ਤੇ ਇਹ ਗਰੀਬੀ ਦੀ ਕਰਕੇ ਫਿਰ ਇਲਾਜ ਆ ਜਿਹੜਾ ਉਹ ਤੋਂ ਬਿਨਾਂ ਕਿੰਨਾ ਸਮਾਂ ਲੋਕ ਬਤੀਤ ਕਰਦੇ ਨੇ। ਹਾਂਜੀ ਭੈਣ, ਤੁਸੀਂ ਬੱਚੇ ਲਈ ਪਹਿਲੀ ਵਾਰੀ ਆਏ? ਹਾਂਜੀ। ਓਕੇ। ਇਹ ਵੀ ਇਦਾਂ ਹੀ ਕਰਦਾ ਜਿਵੇਂ ਉਹਦੇ ਅੰਸ਼ੰਗ ਹੋਈਆਂ? ਕਿੰਨੇ ਸਾਲਾਂ ਤੋਂ? ਇਹ 7 ਸਾਲਾਂ ਦਾ। ਤੇ ਫਿਰ ਆਪਦਾ ਨੁਕਸਾਨ ਤਾਂ ਨਹੀਂ ਕਰਦਾ ਜਿਵੇਂ ਕੰਧ 'ਚ ਮਾਰਦਾ ਸਿਰ ਜਾਂ ਕੋਈ, ਤੇ ਕਿਸੇ ਨੂੰ ਮਾਰਦਾ ਹੋਵੇ? ਬੈਠਾ ਰਹਿੰਦਾ, ਆਖੇ ਲੱਗ ਜਾਂਦਾ। ਇਹ ਜਨਮ ਸਮੇਂ ਰੋਇਆ ਨਹੀਂ ਸੀਗਾ? ਹਟਿਆ ਨਹੀਂ ਸੀ। ਚਲੋ ਮਹਾਰਾਜ ਕਿਰਪਾ ਕਰਨਗੇ ਭੈਣੇ। ਸਾਡੇ ਕੋਲੇ ਕਾਫੀ ਇਦਾਂ ਦੇ ਬੱਚੇ ਆਉਂਦੇ ਨੇ, ਬਹੁਤ ਬੱਚਿਆਂ ਨੂੰ ਫਰਕ ਪੈਂਦਾ। ਤੇ ਬਸ ਦਵਾਈ ਕੰਟੀਨਿਊ ਰੱਖਿਓ, ਦਵਾਈ ਨਾ ਬੰਦ ਕਰਿਓ। ਕਿੱਥੋਂ ਆਏ ਭੈਣੇ ਤੁਸੀਂ? ਸਮਾਣੇ ਕੋਲ ਛੰਨਾ ਦਾ। ਕੋਈ ਨਾ ਭੈਣੇ। ਹਾਂਜੀ, ਇਹ ਵੀ ਵੀਰ ਆਪਣੇ ਬੇਟੇ ਨੂੰ ਲੈ ਕੇ ਆਏ ਨੇ ਭੈਣ ਹੁਣੀ। ਬੱਚੇ ਨੂੰ ਦੌਰੇ ਪੈਂਦੇ ਨੇ, ਯਾਨੀ ਕਿ
ਇੱਕ ਦਿਨ 'ਚ ਕਈ ਦੌਰੇ ਪੈ ਜਾਂਦੇ, ਤਾਂ ਹੱਥ ਪੈਰ ਮੁੜ ਜਾਂਦੇ ਨੇ ਪਿੱਛੇ ਨੂੰ। 8ਵੀਂ ਕਲਾਸ ਦੇ ਵਿੱਚ ਪੜ੍ਹਦਾ ਵਾ ਸ਼ਹਿਬਾਜ਼ ਸਿੰਘ, ਵਧੀਆ ਸਟੂਡੈਂਟ ਆ, ਪੜ੍ਹਨ ਨੂੰ ਲਿਖਣ ਨੂੰ ਪੂਰਾ ਵਧੀਆ, ਪਰ ਹੁਣ ਕਰਮਾਂ ਦੇ ਸੌਦੇ ਆ, ਬਿਮਾਰੀ ਲੱਗ ਗਈ ਆ। ਮਾਂ ਪਿਓ ਨੇ ਬਹੁਤ ਇਲਾਜ ਕਰਾਏ, ਬਹੁਤ ਥਾਵਾਂ ਤੇ ਭੱਜ ਦੌੜ ਕੀਤੀ, ਜਿੱਥੇ ਵੀ ਪਤਾ ਲੱਗਦਾ ਉੱਥੇ ਤੱਕ ਜਾਂਦਾ ਬੰਦਾ। ਪਰ ਹੁਣ ਸਾਡੇ ਕੋਲੇ ਆਏ ਨੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਅਸੀਂ ਵੀ ਇਹ ਸ਼ਹਿਬਾਜ਼ ਠੀਕ ਹੋ ਜਾਵੇ, ਤੇ ਤੁਸੀਂ ਵੀ ਅਰਦਾਸ ਕਰਿਓ ਇਹਨਾਂ ਬੱਚਿਆਂ ਵਾਸਤੇ। ਅਜਮੇਰ ਭਾਈ ਜਾਏ ਅਜਮੇਰ, ਹਾਂ ਉੱਥੇ ਉਹ ਕੀੜਾ ਕੱਢਿਆ ਦਿਮਾਗ 'ਚ, ਕੋਈ ਫਰਕ ਨਹੀਂ ਪਿਆ, ਫਿਰ ਕੀੜਾ ਕੱਢਿਆ ਫਰਕ ਪੈ ਜਾਂਦਾ। ਉਹਨਾਂ ਨੇ ਬਾਪੂ ਕੀੜਾ ਤੋਂ ਸਕੀਮ ਲਾ ਕੇ ਕੱਢ ਦਿੰਦੇ, ਆਪ ਹੀ ਪਾ ਕੇ ਆਪ ਹੀ ਕੱਢ ਦਿੰਦੇ ਕੀੜਾ। 13-14 ਹਜ਼ਾਰ ਰੁਪਇਆ ਲਾ ਕੇ ਘਰੇ ਆ ਗਏ, 4-5 ਦਿਨ ਉੱਥੇ ਵੀ। ਰੋ ਨਾ ਮੇਰੀ ਭੈਣ, ਰੋ ਨਾ ਮੇਰੀ ਭੈਣ, ਵਾਹਿਗੁਰੂ ਕਿਰਪਾ ਕਰਨਗੇ। ਅਰਦਾਸ ਕਰੋ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ। ਸ਼ਹਿਬਾਜ਼ ਸਿੰਘ ਦੀ ਜਿਹੜੀ ਇਸ ਚਿਹਰੇ ਨੂੰ ਦੇਖ ਕੇ ਤੁਹਾਨੂੰ ਸ਼ਾਇਦ ਲੱਗਦਾ ਉਹ ਤੁਹਾਡੇ ਬੱਚੇ। ਸ਼ਹਿਬਾਜ਼ ਕਿਹੜਾ ਹੋ ਪੁੱਤ? ਆਪਣੇ ਵੀ ਬੱਚੇ, ਮੇਰਾ ਬੇਟਾ ਵੀ ਇਸੇ ਤਰ੍ਹਾਂ ਐਡਾ ਵੱਡਾ ਹੀ ਆ, ਪਰ ਇਹਦੀ ਤਕਲੀਫ ਨੂੰ ਦੇਖ ਕੇ ਜਦੋਂ ਵੀਡੀਓ ਦੇਖੀ ਭੈਣ ਉਹਨਾਂ ਨੇ ਭੇਜੀ, ਬੱਚਾ ਮੰਜੇ ਦੇ ਉੱਤੇ ਪਿਆ, ਦੌਰੇ ਪੈ ਰਹੇ, ਹੱਥ ਪੈਰਾਂ ਮੁੜ ਗਏ, ਕੰਬੀ ਜਾਂਦਾ ਪਿਆ, ਤੇ ਮਾਂ ਦੇ ਦਿਲ ਤੇ ਕੀ ਬੀਤਦੀ ਹੋਊ ਜਦੋਂ ਆਪਦੇ ਪੁੱਤ ਨੂੰ ਐਦਾਂ ਦੌਰਾ ਪਿਆ ਨੂੰ ਦੇਖਦੀ ਹੋਊ। ਹਰ ਰੋਜ਼ ਦੌਰੇ ਪੈਂਦੇ ਆ, ਤੇ ਐਦਾਂ ਲੱਗਦਾ ਹੀ ਪਤਾ ਨਹੀਂ ਕੀ ਹੋ ਜਾਣਾ। ਇਸ ਮਾਂ ਦੀ ਤਕਲੀਫ ਆ ਜਿਹੜੀ, ਇਹਨੂੰ ਘਟਾਉਣ ਲਈ ਆਪਾਂ ਇੱਕੋ ਹੀ ਕੰਮ ਕਰ ਸਕਦੇ ਹਾਂ, ਆਪਾਂ ਅਰਦਾਸ ਕਰੀਏ ਵਾਹਿਗੁਰੂ ਅੱਗੇ, ਆਪਾਂ ਉਸ ਅੱਲਾ ਅੱਗੇ, ਉਸ ਰਾਮ ਅੱਗੇ, ਉਸ ਭਗਵਾਨ ਅੱਗੇ ਵੀ ਇਸ ਬੱਚੇ ਨੂੰ ਤੰਦਰੁਸਤੀ ਬਖਸ਼ਣ ਸੱਚੇ ਪਾਤਸ਼ਾਹ। ਤੇ ਸਾਨੂੰ ਭਰੋਸਾ ਵਾਹਿਗੁਰੂ ਤੇ, ਇਸ ਤਰ੍ਹਾਂ ਦੀਆਂ ਬਿਮਾਰੀਆਂ ਵਾਲੇ ਬੱਚੇ ਸਾਡੇ ਕੋਲੇ ਬਹੁਤ ਆਉਂਦੇ ਆ, ਤੇ ਜਿਹੜੇ ਬਿਲਕੁਲ ਤੰਦਰੁਸਤ ਹੋ ਗਏ ਨੇ, ਠੀਕ ਹੋ ਗਏ ਨੇ, ਦਿਮਾਗੀ ਦੌਰੇ ਪੈਣੇ ਬੰਦ ਹੋ ਗਏ ਨੇ, ਵਧੀਆ ਪੜ੍ਹਾਈ ਕਰਦੇ ਨੇ। ਪਰ ਜਿਹੜੀ ਲੁੱਟ ਖਸੁੱਟ ਇਦਾਂ ਦੇ ਲੋਕਾਂ ਦੀ ਹੁੰਦੀ ਹੈ, ਜਿਵੇਂ ਵੀਰ ਦੱਸਦੇ ਨੇ ਵੀ ਅਜਮੇਰ ਗਏ, ਉਹ ਕਹਿੰਦੇ ਇਹਦੇ ਦਿਮਾਗ ਦੇ ਵਿੱਚ ਕੀੜਾ ਵਾ, ਧੂਆਂ ਪਾ ਕੇ, ਧੂਆਂ ਜਿਹਾ ਕਰਕੇ ਕੱਢਿਆ ਉਹ ਕੰਨ 'ਚ ਲਾ ਕੇ, ਹਾਂ ਬੰਸਰੀ ਲਾ ਕੇ ਨੱਕ ਦੇ ਵਿੱਚੋਂ ਜੀ ਕੀੜਾ ਕੱਢਦੇ ਆ। ਉਹ ਕੀੜਾ ਦਿਖਾ ਦਿੰਦੇ ਨੇ, ਤੁਰਿਆ ਫਿਰਦਾ ਪਾਣੀ ਦੇ ਵਿੱਚ, ਖਾਲੀ ਉਹਦੇ ਵਿੱਚ ਵੀ ਆ ਦੇਖੋ ਜੀ ਕੱਢਤਾ ਕੀੜਾ, ਪੈਸੇ 14-15 ਹਜ਼ਾਰ ਰੁਪਇਆ ਲੈ ਲਿਆ। ਯਾਨੀ ਕਿ ਇਦਾਂ ਲੁੱਟ ਖਸੁੱਟ ਹੁੰਦੀ ਹੈ ਲੋਕਾਂ ਦੀ। ਇਦਾਂ ਦੇ ਠੱਗ ਲੋਕ ਬੈਠੇ ਨੇ, ਕੋਈ ਕਹਿੰਦਾ ਜੀ ਕਿਸੇ ਦੇ ਪੱਥਰੀ ਹੋ ਗਈ ਜਾਂ ਰਸੌਲੀ ਹੋ ਗਈ, ਉਹ ਕੌਲੀ ਲਾ ਕੇ ਗਲਾਸ ਲਾ ਕੇ ਕੱਢ ਦਿੰਦੇ ਆ ਜੀ ਬਾਹਰ, ਹੱਥ ਫੇਰ ਕੇ ਰਸੌਲੀ ਬਾਹਰ ਕੱਢ ਕੇ ਦਿਖਾ ਦਿੰਦੇ ਆ। ਅਸੀਂ ਭੋਲੇ ਭਾਲੇ ਲੋਕ ਫਸ ਜਾਂਦੇ ਹਾਂ, ਕਿਉਂਕਿ ਜਿਹਦੇ ਘਰੇ ਅੱਗ ਲੱਗੀ ਹੁੰਦੀ ਆ ਉਹਨੂੰ ਤਾਂ ਐ ਹੁੰਦਾ ਵੀ ਕੋਈ ਵੀ ਹੱਲ ਹੋਵੇ, ਅੱਗ ਬੁਝੇ ਕਿਸੇ ਤਰੀਕੇ। ਮੇਰਾ ਪੁੱਤ ਕਰਕੇ ਸਾਨੂੰ ਸਾਰਿਆਂ ਨੂੰ ਆਸ-ਪਾਸ ਆਪਣੇ ਸੁਚੇਤ ਰਹਿਣਾ ਚਾਹੀਦਾ। ਹਾਂ ਕਿਵੇਂ ਪੁੱਤ? ਠੀਕ ਆ ਜੀ ਭੈਣੇ। ਹੁਣ ਇਹ ਹਾਂਜੀ ਕੀ ਹਾਲ ਨੇ ਵੀਰੇ? ਠੀਕ ਆ? ਅੱਗੇ ਨਾਲੋਂ ਆਹ ਦਵਾਈਆਂ ਕਰਕੇ ਥੋੜਾ ਨਿਕਲਦਾ ਹੋਊਗਾ, ਹਟ ਜਾਊਗਾ, ਤੇ ਅੱਗੇ ਨਾਲੋਂ ਫਰਕ ਆ? ਹਾਂਜੀ ਹਾਂ ਕੋਈ ਗੱਲ ਨਹੀਂ। ਕਿੱਥੋਂ ਆਏ ਆ ਤੁਸੀਂ? ਲੁਧਿਆਣੇ ਤੋਂ। ਮਤਲਬ ਤੁਸੀਂ ਕਿੱਥੋਂ ਆਏ ਭੈਣੇ? ਬੁੱਲੇਪੁਰ। ਤੇ ਇਹ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਸੀ ਜਿਹੜੇ ਤੁਹਾਨੂੰ ਮਿਲਾਏ ਆ, ਦਵਾਈਆਂ ਲੈਣ ਲਈ ਆਏ ਨੇ। ਆਹ ਮੈਡੀਸਨ ਹੁਣ ਅਸੀਂ ਕੱਢੀ ਪਈ ਆ, ਸਾਰਿਆਂ ਦੀ ਦਵਾਈਆਂ ਕੱਢ ਕੇ ਲਿਫਾਫਿਆਂ ਦੇ ਵਿੱਚ ਮੁੰਡੇ ਸਾਡੇ ਵਲੰਟੀਅਰ ਪਾਈ ਜਾਂਦੇ ਰਹਿੰਦੇ ਆ। ਸੰਗਤ ਸਾਨੂੰ ਇੱਥੇ ਦਵਾਈਆਂ ਜਿਹੜੀਆਂ ਡੋਨੇਟ ਕਰ ਜਾਂਦੇ ਨੇ, ਅਸੀਂ ਇੱਥੇ ਲਿਸਟਾਂ ਲਾਈਆਂ ਹੁੰਦੀਆਂ ਲਿਖ ਕੇ ਵੀ ਸਾਨੂੰ ਜਿਹੜੀਆਂ ਦਵਾਈਆਂ ਚਾਹੀਦੀਆਂ ਹੁੰਦੀਆਂ। ਆਹ ਸਾਈਕੈਟ੍ਰਿਕਸ ਮੈਡੀਸਨ ਨੇ, ਇਹ ਸਾਰੀਆਂ ਉਹੀ ਦਵਾਈਆਂ ਨੇ ਜਿਹੜੀਆਂ ਇੱਥੇ ਲਿਖੀਆਂ ਹੋਈਆਂ, ਜਿਹੜੀਆਂ ਇਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਅਸੀਂ ਦਿੰਦੇ ਹਾਂ, ਜਿਹੜੇ ਦਿਮਾਗੀ ਤੌਰ ਤੇ ਪਰੇਸ਼ਾਨ ਨੇ, ਜਿਹੜੇ ਮੈਂਟਲੀ ਅਪਸੈਟ ਨੇ, ਜਿਹੜੇ ਸੰਗਲਾਂ ਨਾਲ ਬੰਨ੍ਹ ਕੇ ਰੱਖਣੇ ਪੈਂਦੇ ਨੇ, ਜਿਹਨਾਂ ਨੂੰ ਕਮਰਿਆਂ 'ਚ ਬੰਦ ਕਰਕੇ ਰੱਖਣਾ ਪੈਂਦਾ, ਉਹਨਾਂ ਦੀਆਂ ਇਹ ਮੈਡੀਸਨ ਨੇ। ਤੇ ਇਹ ਸੰਗਤ ਸਾਨੂੰ ਲੈ ਕੇ ਦੇ ਕੇ ਜਾਂਦੇ ਨੇ। ਅਸੀਂ ਇੱਥੇ ਲਿਖ ਕੇ ਵੀ ਲਾਇਆ ਹੋਇਆ, ਕੈਂਪ ਲਈ ਦਵਾਈਆਂ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕੋਵਿਡ ਦੇ ਕਰਕੇ ਬਹੁਤ ਘੱਟ ਸੰਗਤ ਆ ਰਹੀ ਹੈ, ਦਵਾਈਆਂ ਸਾਡੇ ਕੋਲ ਬਹੁਤ ਘੱਟ ਪਹੁੰਚ ਰਹੀਆਂ। ਤਾਂ ਅਸੀਂ ਫਿਰ ਦਵਾਈਆਂ ਕ੍ਰੈਡਿਟ ਤੇ ਲੈ ਰਹੇ ਹਾਂ, ਉਧਾਰ ਲੈ ਰਹੇ ਹਾਂ ਉਹਨਾਂ ਤੋਂ, ਜਿਹਦੇ ਵਿੱਚ ਤੁਸੀਂ ਦੇਖਦੇ ਹੋ ਦਿਮਾਗ ਦੀਆਂ ਦਵਾਈਆਂ ਦਾ ਬਿੱਲ 5,80,000 ਰੁਪਇਆ ਹਜੇ ਵੀ ਬੈਲੈਂਸ ਖੜਾ ਵਾ। ਹਾਲਾਂਕਿ ਪਿਛਲੇ 1-1.5 ਮਹੀਨੇ ਦੇ ਵਿੱਚ ਅਸੀਂ 2-3 ਵਾਰ ਵੀਡੀਓ ਸ਼ੇਅਰ ਕੀਤੀ, ਸੰਗਤਾਂ ਨੂੰ ਬੇਨਤੀ ਕੀਤੀ, ਕੁਝ ਭੈਣ ਭਰਾਵਾਂ ਨੇ ਆ ਕੇ ਉੱਥੇ ਜਾ ਕੇ ਬਿੱਲ ਕਲੀਅਰ ਕੀਤੇ ਨੇ ਹਸਪੀਟਲ ਉਹਦੇ ਦੁਕਾਨ ਤੇ ਜਾ ਕੇ, ਜਿੱਥੋਂ ਅਸੀਂ ਦਵਾਈਆਂ ਲੈਂਦੇ ਹਾਂ। ਪਰ ਹਜੇ ਵੀ 5 ਲੱਖ, ਕਿਉਂਕਿ ਅੱਜ ਦਾ ਕੈਂਪ ਵੀ ਗੱਲ ਕਰੀਏ ਆਪਾਂ 80 ਦੇ ਕਰੀਬ ਮਰੀਜ਼ ਆਏ ਨੇ। ਹਰ ਇੱਕ ਬੰਦੇ ਦੀ ਦਵਾਈ ਹੈ ਜਿਹੜੀ 1000 ਤੋਂ 1500, ਕਈਆਂ ਦੀ 2000 ਰੁਪਏ ਦੀ ਦਵਾਈ ਇੱਕ ਮਰੀਜ਼ ਦੀ ਪੈਂਦੀ ਆ। ਘੱਟੋ ਘੱਟ ਐਵਰੇਜ ਪਾ ਵੀ ਲਈਏ, ਜੇ 1500 ਰੁਪਏ ਦੀ ਵੀ ਪਾਈ, 80 ਬੰਦਿਆਂ ਦੀ ਮੈਡੀਸਨ ਹੈ ਜਿਹੜੀ, ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੱਥੇ ਤੱਕ ਚਲੇ ਜਾਂਦੀ ਹੈ। ਕਰੀਬ ਪੌਣੇ 1.5 ਲੱਖ 1,40,000-45,000 ਰੁਪਏ ਦੀ ਦਵਾਈ ਹਰ ਕੈਂਪ ਤੇ ਲੱਗ ਜਾਂਦੀ ਹੈ। ਬਾਕੀ ਹਰ ਰੋਜ਼ ਜਿਹੜੇ ਪੇਸ਼ੈਂਟ ਦਵਾਈਆਂ ਲੈ ਕੇ ਜਾਂਦੇ ਉਹਨਾਂ ਦੀ ਅਲੱਗ ਤੋਂ। ਯਾਨੀ ਕਿ ਅਸੀਂ ਇੱਥੇ ਜਿੱਦਾਂ ਨਾਮ ਬੋਲੀ ਜਾਈਦੇ ਆ, ਜਿਵੇਂ ਰੋਜ਼ੀ 125 ਨੰਬਰ ਟੋਕਨ, ਰੋਜ਼ੀ ਭੈਣ 125 ਨੰਬਰ ਟੋਕਨ, 102 ਅੰਸ਼ ਕੁਮਾਰ,
102 अंश कुमार वलंटियर आओ एक दो जने भी इतने अंश कुमार सतपाल कौर अंग्रेज सिंह 103 ते 104 बोहर वाली बेबे बापू को टोकन दे बापू टोकन काटे मनजीत ते प्रदीप कौर 106 ते 105 प्रदीप कौर कुलविंदर कौर 107 नंबर टोकन जी कुलविंदर कौर मनदीप सिंह 108 नंबर टोकन मनदीप सिंह चरणजीत सिंह जी मुतखंड इंचार्ज चरणजीत सिंह 109 नंबर ਉਹਨਾਂ ਦੇ ਵੀ ਦਵਾਈ ਬੰਦ ਕਰਤੀ ਸੀ इस बार तो दवाई असीं दे रहे हैं वीर जी दवाई जो बंद कर देंगे बार बार दवाई शुरू करते हैं और 0 तो स्टार्ट होंगी है दवाई बंद नहीं करनी विचों ठीक है अब बंद ना करना जाना तो लेके जाते हैं ना दवाई हमारे पास करनैल कौर 111 112 चमकौर सिंह जी तो इस तरह हम कले कले मैंबर का असीं नाम बोली जाना उन्होंने उठ उठ के अपन दवाइयां आके सब तो कलैक्ट करी जानियां कुछ इदां दे परिवार आ जिन्हां दे राशन असीं लगाए हुए ने आ गेट खोली फोटो ते जिवें कपड़े सानू संगत पहुंचदा कर दिंदे आ जिहड़े कपड़े असीं अपने परिवार लई वरतदे आ ते जिन्ने बन जांदे ने कपड़े फिर असीं इत्थे बाहर रख देईदे आ संगतां नूं वरता देईदे आ जे किसी नूं लोड़ हुंदी आ ओह जिन्नी जरूरत होंगी है उन्ने कपड़े वो लैके जा सकते हैं इतों साडे कोलों फिर कुछ मैंबर इदां दे आ जिन्हां नूं राशन असीं दिंदे आ राशन की बोरी आ इहदे विच 1 महीने का राशन पा के दिता जांदा कई इदां दीयां मावां जिहड़ियां अपने कल्लियां धीआं नूं लई बैठियां घरां दे विच पर उन्हां दे इलाज वास्ते भी उन्हां कोले पैसा नहीं किराए वास्ते भी पैसा नहीं जां तां काम करनगियां जां ओह बच्चिआं नूं घरे साਂਭਣਗੀਆਂ ਤਾਂ ਉਹਨਾਂ ਨੂੰ ਅਸੀਂ ਇਦਾਂ ਦੇ ਪਰਿਵਾਰਾਂ ਨੂੰ ਰਾਸ਼ਨ ਵੀ ਦਿੰਨੇ ਆ ਕਰੀਬ 122-23 ਪਰਿਵਾਰ ਇਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਰਾਸ਼ਨ ਦਿੰਨੇ ਆ ਹਰ ਮਹੀਨੇ ਉਹ ਲੋਕ ਨੇ ਜਿਨ੍ਹਾਂ ਦੇ ਘਰ 'ਚ ਜਾਂ ਧੀ ਮੈਂਟਲੀ ਅਪਸੈਟ ਆ ਜਾਂ ਮਾਂ ਮੈਂਟਲੀ ਅਪਸੈਟ ਆ ਜਾਂ ਪੁੱਤ ਮੈਂਟਲੀ ਅਪਸੈਟ ਆ ਜਾਂ ਕਿਸੇ ਦੇ ਸਿਰ ਦਾ ਸਾਈਂ ਮੈਂਟਲੀ ਅਪਸੈਟ ਆ ਸਾਰੇ ਬਾਈ ਜੀ ਬਣ ਕੇ ਬੈਠੇ ਰਹੋ ਬਾਈ ਬੈਠੇ ਰਹੋ ਬਾਈ ਬਣ ਕੇ ਰਾਹ ਨਾ ਬੰਦ ਕਰੋ बैठिया तो ना बोली जाने जी आके ले चलो जिमें पहले बोले ना 2 मिनट लगने इस तरीके असीं मेडिसिन बन रहे हैं तुसीं अरदास करियो जिन्ने साडे परिवार के मैंबर अज आए सीगे इन्हां नूं महाराज तंदुरुस्ती बख्शण चढ़दी कला बख्शण सानू भी समत बख्शण सानू भी बल बख्शण वाहिगुरू भी जिहड़ी ये सेवा ये निरंतर असीं इस तरीके नाल करदे रहिए सच्चे पातशाह सातों सेवा लैंदे रहण ਤੁਹਾਡੀਆਂ ਦੁਆਵਾਂ ਨਾਲ ਹੀ ਕਰ ਰਹੇ ਹਾਂ ਤੁਹਾਡੀਆਂ ਅਰਦਾਸਾਂ ਦੇ ਸਦਕਾ ਹੀ ਕਰ ਰਹੇ ਹਾਂ ਤੁਹਾਡੀਆਂ ਭੇਜੀਆਂ ਦਵਾਈਆਂ ਦੇ ਸਦਕਾ ਹੀ ਅਸੀਂ ਇਹ ਦਵਾਈਆਂ ਅੱਗੇ ਦੇ ਰਹੇ ਹਾਂ ਸਾਨੂੰ ਜ਼ਰੂਰਤ ਆ ਤੁਹਾਡੇ ਸਹਿਯੋਗ ਦੀ ਸੰਗਤ ਨੂੰ ਪਤਾ ਮਨੁੱਖਤਾ ਦੀ ਸੇਵਾ ਪਰਿਵਾਰ ਕੋਈ ਵੀ ਪੈਸਾ ਜਿਹੜਾ ਉਹ ਕੈਸ਼ ਦੇ ਵਿੱਚ ਸੇਵਾ ਨਹੀਂ ਲੈਂਦੇ ਨਾ ਕੋਈ ਕਾਊਂਟ ਰਾਹੀਂ ਲਈ ਜਾਂਦੀ ਹੈ ਨਾ ਬਾਹਰੋਂ ਨਾ ਇਧਰੋਂ ਕਿਸੇ ਵੀ ਤਰੀਕੇ ਮਾਇਆ ਰੂਪ ਕਿਸੇ ਵੀ ਰੂਪ 'ਚ ਨਹੀਂ ਲਈ ਜਾਂਦੀ ਸਿਰਫ ਸਾਡੇ ਜਿਹੜੇ ਰਜਿਸਟਰਡ ਮੈਂਬਰ ਨੇ ਅਸੀਂ ਇਹਦੇ ਵਿੱਚ ਕਰੀਬ 300 ਦੇ ਆਸ-ਪਾਸ ਰਜਿਸਟਰਡ ਮੈਂਬਰ ਆ ਜਿਹੜੇ ਸਾਡੇ ਅਸੀਂ ਕਾਉਂਟਰੀ ਕਰਦੇ ਆ ਬਾਕੀ ਜੇ ਕੋਈ ਹੈਲਪ ਕਰਨੀ ਚਾਹੁੰਦਾ ਅਸੀਂ ਚੀਜ਼ਾਂ ਲਿਖ ਕੇ ਲਾਈਆਂ ਹੁੰਦੀਆਂ ਰਾਸ਼ਨ ਕੱਪੜੇ ਦਵਾਈਆਂ ਬਿਲਡਿੰਗ ਦਾ ਮਟੀਰੀਅਲ ਸੀਮੈਂਟ ਰੇਤਾ ਬਜਰੀ ਚਾਹੇ ਕੋਈ ਰਾਸ਼ਨ ਨਾਲ ਰਿਲੇਟਡ ਸਮਾਨ ਦੀ ਲੋੜ ਆ ਚਾਹੇ ਕੋਈ ਲੇਬਰ ਦੇ ਪੈਸੇ ਦੇਣ ਵਾਲੇ ਕੋਈ ਦੁੱਧ ਦੇ ਡੈਰੀ ਦੇ ਪੈਸੇ ਦੇਣ ਵਾਲੇ ਆ ਕੋਈ ਦਵਾਈਆਂ ਦਾ ਬਿੱਲ ਦੇਣ ਵਾਲਾ ਹਰ ਚੀਜ਼ ਅਸੀਂ ਇੱਥੇ ਲਿਖ ਕੇ ਲਾਈ ਹੁੰਦੀ ਆ ਸੰਗਤ ਆਪਣੇ ਹੱਥੀਂ ਉੱਥੇ ਜਾ ਕੇ ਦੇ ਕੇ ਆਉਂਦੀ ਅੱਜ ਤੱਕ ਕਿਸੇ ਤੋਂ ਵੀ ਕੈਸ਼ ਦੇ ਵਿੱਚ ਕਦੇ ਕਿਸੇ ਤੋਂ ਵੀ ਪੈਸਾ ਨਹੀਂ ਫੜਿਆ ਗਿਆ 2017 ਤੋਂ ਲੈ ਕੇ ਸਿਰਫ ਉੱਥੇ ਜਾ ਕੇ ਤੁਸੀਂ ਆਪਣੇ ਹੱਥੀਂ ਉਹ ਚੀਜ਼ਾਂ ਲਿਆ ਕੇ ਦੇਣੀਆਂ ਜਾਂ ਉੱਥੇ ਬਿੱਲ ਦੇਣੇ ਆ ਜਿੱਥੇ ਵੀ ਸਾਡੇ ਪਰਿਵਾਰ ਦਾ ਕੋਈ ਲੈਣਾ ਦੇਣਾ ਹੈਗਾ ਵਾ ਤੇ ਇਸ ਤਰ੍ਹਾਂ ਤੁਸੀਂ ਆਪਣੀ ਇਸ ਕੈਂਪ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ
ਇਸ ਕੈਂਪ ਦੇ ਵਿੱਚ ਤੁਸੀਂ ਆਪਣਾ ਹਿੱਸਾ ਪਾ ਸਕਦੇ ਹੋ। ਅਗਲੇ ਕੈਂਪ ਨੂੰ ਤੁਸੀਂ ਅਡਾਪਟ ਕਰ ਸਕਦੇ ਹੋ। ਜਿਹੜੀਆਂ ਦਵਾਈਆਂ ਦੀ ਸਾਨੂੰ ਲੋੜ ਆ ਉਹ ਤੁਸੀਂ ਲਿਸਟਾਂ ਦੇਖੀਆਂ ਵਾ, ਉਹ ਦਵਾਈਆਂ ਲਿਸਟਾਂ ਤੋਂ ਦੇਖ ਕੇ ਸਾਡੇ ਤੱਕ ਦਵਾਈਆਂ ਪਹੁੰਚਦੀਆਂ ਕਰ ਸਕਦੇ ਹੋ। ਇੰਨੀ ਕੀ ਸਾਡੀ ਬੇਨਤੀ ਆ। ਬਸ ਸਭ ਤੋਂ ਵੱਡੀ ਗੱਲ ਦਵਾਈ ਦੇ ਨਾਲੋਂ ਦੁਆ ਦੀ ਲੋੜ ਆ ਤੇ ਤੁਹਾਡੀਆਂ ਅਰਦਾਸਾਂ ਦੀ ਲੋੜ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 115 ਨੰਬਰ ਜੀ 115 ਨੰਬਰ ਜੀ, ਨਾਮ ਕੀ ਹੈ?